ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਜੀ ਬਾਰ ਬਾਰ ਜਗਦੀਸ਼ਾ। ਜਾਂ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਧੰਨ ਸ਼੍ਰੀ ਗੁਰੂ ਗ੍ਰੰਥ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਅਦਕ ਕਿਰਪਾਲ ਨ ਦੁਖ ਦਿਖ ਸਕਈ। ਸੰਸੈ ਨਾਸੈ ਜਿਸ ਦਿਸ਼ ਤਕਈ। ਕੌਣ ਕੌਣ ਗੁਣ ਬਰਨਨ ਕਰੋ। ਸੋ ਜਸ ਵਿਸਾਲ ਬੁੱਧ ਲਘੂ ਤਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੇ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ। ਸਿੱਖ ਸੰਗਤਾਂ ਨੇ ਇਹ ਜਾਣਨ ਦੀ ਇੱਛਾ ਪ੍ਰਗਟ ਕੀਤੀ ਹੈ ਕਿ ਹੇ ਗੁਰੂ ਅਮਰਦਾਸ, ਅੱਗੋਂ ਗੁਰੂ ਕੌਣ ਹੋ ਸਕਦਾ ਹੈ? ਜਿਹੜੀ ਕੱਲ ਕਥਾ ਆਪਾਂ ਨੇ ਸੁਣੀ ਹੈ, ਸ਼੍ਰੀ ਸਤਿਗੁਰ ਉਪਕਾਰ ਹਿਤ ਤੀਰਥ ਰਚਿਓ ਬਸਾਲ। ਗੁਰੂ ਜੀ ਨੇ ਸਾਡੇ ਭਲੇ ਵਾਸਤੇ
ਸਾਡੀ ਕਲਿਆਣਤਾ ਵਾਸਤੇ ਤੀਰਥ ਦੀ ਬੌਲੀ ਸਾਹਿਬ ਦੀ ਰਚਨਾ ਕੀਤੀ ਹੈ। ਕਰੀ ਟਹਿਲ ਜਿਨ ਪ੍ਰੇਮ ਧਰ, ਸੇ ਸਭ ਕਰੇ ਨਿਹਾਲ। ਜਿਨ੍ਹਾਂ ਵੀ ਸਿੱਖਾਂ ਨੇ ਉੱਥੇ ਆ ਕੇ ਟਹਿਲ ਕੀਤੀ ਹੈ, ਸੇਵਾ ਕੀਤੀ ਹੈ, ਗੁਰੂ ਨੇ ਉਹਨਾਂ ਨੂੰ ਨਿਹਾਲ ਕੀਤਾ, ਤ੍ਰਿਪਤ ਕਰ ਦਿੱਤਾ। ਜੋ ਵੀ ਉਹਨਾਂ ਦੀਆਂ ਕਾਮਨਾਵਾਂ ਭਾਵਨਾਵਾਂ ਸਭ ਪੂਰੀਆਂ ਕਰ ਦਿੱਤੀਆਂ। ਇੱਥੇ ਕਵੀ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ ਮਹਿਮਾ ਇੱਕ ਬ੍ਰਿਕਸ਼ ਵਾਂਗ ਕੀਤੀ ਹੈ। ਗੁਰੂ ਇੱਕ ਬ੍ਰਿਕਸ਼ ਵਰਗਾ ਹੈ। ਸੱਚੇ ਪਾਤਸ਼ਾਹ ਜੀ ਦਾ ਆਲਾ ਦੁਆਲਾ ਜੋ ਹੈ ਇਹ ਵਿਸਥਾਰ ਹੈ। ਇਹਦੇ ਵਿੱਚ ਪੱਤੀਆਂ, ਇਹਦੇ ਵਿੱਚ ਫੁੱਲ, ਇਹਦੇ ਵਿੱਚ ਫਲ, ਇਹਦੇ ਵਿੱਚ ਸ਼ਿਖਾਵਾਂ, ਇਹਦੇ ਵਿੱਚ ਛਾਂ। ਕਵੀ ਜੀ ਨੇ ਬੜੇ ਅਲੰਕਾਰੀ ਢੰਗ ਦੇ ਨਾਲ ਕੱਲ ਸਾਨੂੰ ਇਹਨਾਂ ਸਾਰਿਆਂ ਦੀ ਮਹਿਮਾ ਦਰੜਾਈ ਸੀ। ਫਿਰ ਦੱਸਿਆ ਸੀ ਕਿ ਜਾਚਕ ਸਿੱਖ ਅਨੇਕ ਜੇ ਆਵਤ, ਮਨੋ ਕਾਮਨਾ ਤਤ ਛਿਨ ਪਾਵਤ। ਜੇ ਗੁਰੂ ਦੇ ਦਰ ਤੇ ਮੰਗਣ ਵਾਲੇ ਆਉਂਦੇ ਨੇ, ਗੁਰੂ ਉਹਨਾਂ ਦੀਆਂ ਝੋਲੀਆਂ ਭਰ ਦਿੰਦਾ। ਅਸੀਂ ਸਿਰਫ ਉਹਨਾਂ ਨੂੰ ਮੰਗਤਾ ਕਹਿੰਦੇ ਆ ਜਿਹੜੇ ਆਟਾ ਮੰਗਦੇ ਨੇ, ਰੋਟੀਆਂ ਮੰਗਦੇ ਨੇ, ਰੁਪਈਆ ਮੰਗਦੇ ਨੇ। ਹੈਗੇ ਤੇ ਆਪਾਂ ਵੀ ਭਿਖਾਰੀ ਆ, ਪਰ ਅਸੀਂ ਬੜੇ ਹਾਈ ਫਾਈ ਆ, ਵੱਡੇ ਮੰਗਤੇ ਆ। ਕੋਠੀ ਤੋਂ ਥੱਲੇ ਕੁਛ ਨਹੀਂ ਮੰਗਦੇ, ਕਾਰ ਤੋਂ ਥੱਲੇ ਵੀ ਕੁਛ ਨਹੀਂ ਮੰਗਦੇ। ਉੱਚੇ ਵੱਡੇ ਵੱਡੇ ਮਾਣ ਮਰਤਬੇ ਮੰਗਦੇ ਆ। ਤੋ ਇਹ ਦਾਤਾ ਸਭ ਦੀਆਂ ਝੋਲੀਆਂ ਭਰਦਾ। ਤੂੰ ਦਾਤਾ ਮੰਗਣ ਕਉ ਸਗਲੀ, ਦਾਨ ਦੇਹ ਪ੍ਰਭ ਭਾਨੈ। ਪ੍ਰਭੂ ਆਪਣੇ ਭਾਣੇ ਵਿੱਚ ਇਹ ਦਾਤਾਂ ਬਖਸ਼ਿਸ਼ਾਂ ਵੰਡਦਾ ਹੈ। ਭਾਣਾ ਕੀ? ਉਹਦੀ ਰਜਾ ਹੈ। ਰਜਾ ਕੀ ਹੈ? ਉਹਦਾ ਹੁਕਮ ਹੈ। ਹੁਕਮ ਕੀ ਹੈ? ਉਹਦੀ ਮਰਜ਼ੀ ਹੈ। ਦਵੇ ਨਾ ਦਵੇ ਇਹ ਉਸ ਦੀ ਮਰਜ਼ੀ ਹੈ ਭਾਈ। ਭਾਵੇਂ ਧੀਰਖ, ਭਾਵੇਂ ਧੱਕੇ, ਚਾਹੇ ਤੇ ਝੋਲੀਆਂ ਭਰ ਦੇਵੇ, ਚਾਹੇ ਤੇ ਧੱਕੇ ਮਰਵਾ ਕੇ ਘਰੋਂ ਬਾਹਰ ਕਢਾ ਦੇਵੇ। ਇਹ ਉਸ ਮਾਲਕ ਦੀ ਮਰਜ਼ੀ ਹੈ। ਜਿਨ ਕੇ ਬੜੇ ਭਾਗ ਜਗ ਜਾਗੇ, ਸੋ ਗੁਰ ਸੁਰ ਤਰਵਰ ਅਨਰਾਗੇ। ਜਿਨ੍ਹਾਂ ਗੁਰਸਿੱਖਾਂ ਦੇ ਭਾਗ ਵੱਡੇ ਜਾਗੇ ਸਨ, ਉਹਨਾਂ ਦਾ ਐਸੇ ਗੁਰੂ ਤਰੋਵਰ ਦੇ ਨਾਲ, ਬ੍ਰਿਕਸ਼ ਨਾਲ ਰਿਸ਼ਤਾ ਬਣ ਗਿਆ, ਪਿਆਰ ਬਣ ਗਿਆ। ਜਿੰਨਾ ਪਿਆਰ ਤੁਸੀਂ ਬੰਗਲਾ ਸਾਹਿਬ ਨਾਲ ਕਰਦੇ ਹੋ, ਜੇ ਕਿਤੇ ਉਹਨਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨਾਲ ਕਰ ਲਓ, ਗੁਰੂ ਗ੍ਰੰਥ ਸਾਹਿਬ ਜੀ ਨਾਲ ਕਰ ਲਓ। ਗੁਰਦੁਆਰੇ ਨਾਲ ਸਾਨੂੰ ਬਹੁਤ ਪਿਆਰ ਹੈ, ਕਿਉਂਕਿ ਗੁਰਦੁਆਰੇ ਵਿੱਚ ਬਹੁਤ ਸਾਰੀਆਂ ਸਰਵਿਸ ਨੇ। ਲੰਗਰ ਹੈ, ਪ੍ਰਸ਼ਾਦ ਹੈ, ਸਰਾਂ ਹੈ, ਪਾਰਕਿੰਗ ਹੈ। ਕੁਝ ਯੂਜ਼ ਕਰਦੇ ਨੇ, ਕੁਝ ਮਿਸਯੂਜ਼ ਵੀ ਕਰਦੇ ਨੇ। ਕਈ ਤਾਂ ਲੋੜਵੰਦ ਨੇ, ਕਈ ਗਲਤ ਵਰਤੋਂ ਵੀ ਕਰਦੇ ਨੇ। ਵੀ ਧੱਕੇ ਨਾਲ ਗੱਡੀ ਖੜੀ ਕੀਤੀ ਤੇ ਏਅਰਪੋਰਟ ਨੂੰ ਚੜ੍ਹ ਗਏ। ਇੱਦਾਂ ਵੀ ਆਪਾਂ ਕਰਦੇ ਹਾਂ।
ਤੋ ਇਹ ਦਾਤਾ ਬਹੁਤ ਥੋੜੇ ਲੋਕ ਨੇ ਜਿਨ੍ਹਾਂ ਦੇ ਹਿੱਸੇ ਵਿੱਚ ਆਉਂਦਾ ਹੈ। ਉਹ ਗੁਰੂ ਨੂੰ ਪਿਆਰ ਕਰਦੇ ਨੇ, ਉਹ ਗੁਰੂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਨੇ। ਗੁਰਦੁਆਰੇ ਆ ਕੇ ਗੁਰੂ ਲੱਭਣਾ ਹੈ। ਦੇਖੋ ਨਾ, ਤੁਸੀਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਦਾ ਐਡਰੈਸ ਲੱਭਦੇ ਹੋ, ਗਲੀ ਮੁਹੱਲਾ, ਫਿਰ ਤੁਸੀਂ ਘਰ ਲੱਭਦੇ ਹੋ। ਘਰ ਲੱਭ ਜਾਏ ਤੇ ਫਿਰ ਤੁਸੀਂ ਘਰਦਿਆਂ ਨੂੰ ਨਹੀਂ ਲੱਭਦੇ। ਗੁਰਦੁਆਰੇ ਵਿੱਚ ਇਹ ਗਲਤੀ ਅਸੀਂ ਕਰਦੇ ਕਿ ਗੁਰਦੁਆਰੇ ਆ ਕੇ ਫਿਰ ਗੁਰੂ ਨੂੰ ਨਹੀਂ ਲੱਭਦੇ। ਜਿਵੇਂ ਤੁਸੀਂ ਰਿਸ਼ਤੇਦਾਰ ਦੇ ਘਰ ਜਾ ਕੇ ਇਤਨੀ ਕਹਿੰਦੇ ਵੀ ਚਲੋ ਆਪੇ ਆ ਜਾਏਗਾ, ਆਪਾਂ ਸੋਫੇ ਤੇ ਚੌੜੇ ਹੋ ਕੇ ਬਹਿੰਦੇ ਆ, ਪਲੰਗ ਤੇ ਜਾ ਕੇ ਲੰਮੇ ਪੈਂਦੇ ਆ, ਫਰਿੱਜ ਚੋਂ ਕੱਢ ਕੇ ਖਾਣੇ ਪੀਂਦੇ ਆ। ਅਸੀਂ ਚਾਹੁੰਦੇ ਆ ਕਿ ਪਹਿਲਾਂ ਘਰ ਵਾਲਿਆਂ ਨੂੰ ਤਾਂ ਮਿਲਿਆ ਜਾਏ, ਕਿਉਂਕਿ ਆਦਮੀ ਖਾਣ ਪੀਣ ਦਾ ਭੁੱਖਾ ਨਹੀਂ ਹੁੰਦਾ, ਭੁੱਖ ਤਾਂ ਮੇਲ ਮਿਲਾਪ ਦੀ ਹੁੰਦੀ ਹੈ। ਜੇ ਦੁਨਿਆਵੀ ਤੌਰ ਤੇ ਸਾਡੇ ਵਿੱਚ ਇਹ ਚੇਤਨਾ ਹੈ, ਅਕਲ ਹੈ, ਸਮਝ ਹੈ, ਤਾਂ ਗੁਰਦੁਆਰੇ ਆ ਕੇ ਕਿਉਂ ਗਵਾਚ ਜਾਂਦੀ ਹੈ? ਗੁਰਦੁਆਰੇ ਦੇ ਆਪਾਂ ਅੰਦਰ ਵੜਦੇ ਵੜਦੇ ਮੂੰਹ ਤਾਂ ਨੂੰ ਚੁੱਕ ਲੈਂਦੇ ਆ, ਬੱਲੇ 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 ਬੜਾ ਸੋਨਾ ਲੱਗਾ, ਵੀ ਸੋਨਾ ਵੇਖਣ ਆਇਆ ਤੂੰ। ਇਹ ਗੁਰੂ ਦੇ ਸਨਮਾਨ ਵਿੱਚ ਲੱਗਿਆ, ਇਹ ਗੁਰੂ ਦੇ ਘਰ ਦੀ ਸੁੰਦਰਤਾ ਵਿੱਚ ਲੱਗਿਆ ਗੁਰੂ ਕਰਕੇ। ਜੇ ਗੁਰੂ ਹੀ ਨਾ ਹੁੰਦਾ ਤੇ ਇਹ ਸਾਰੀਆਂ ਚੀਜ਼ਾਂ ਬੇਮਾਇਨਾ ਸੀ। ਸੋ ਭਾਗਾਂ ਵਾਲੇ ਹੋਣਗੇ ਜਿਹੜੇ ਗੁਰੂ ਨਾਲ ਪਿਆਰ ਕਰਨਗੇ। ਹਾਂਜੀ। ਕੋਸ ਅਤੋਟ ਦੇਤ ਨਿਤ ਰਹੈ, ਦੋਨੋਂ ਹੱਥਨ ਬਾਟਤ ਅਹੈ। ਗੁਰੂ ਦਾ ਖਜ਼ਾਨਾ ਅਟੁੱਟ ਹੈ। ਕਵੀ ਜੀ ਕਹਿੰਦੇ ਮੇਰੇ ਗੁਰੂ ਅਮਰਦਾਸ ਦੋਵਾਂ ਹੱਥਾਂ ਨਾਲ ਵੰਡਦੇ ਨੇ, ਖੁੱਲੇ ਗੱਫੇ ਦਿੰਦੇ ਨੇ, ਸਭ ਦੀਆਂ ਝੋਲੀਆਂ ਭਰਦੇ ਨੇ। ਹਾਂਜੀ। ਜਗਤ ਬਿਦਤ ਅਜਮਤ ਕੀ ਦਾਤਾ, ਭੁਗਤ ਮੁਗਤ ਲੈ ਜਿਨੋ ਪਛਾਤਾ। ਸਤਿਗੁਰੂ ਜਗਤ ਵਿੱਚ ਬਿਦਤ ਨੇ, ਪ੍ਰਗਟ ਨੇ ਕਿ ਅਜਮਤਾਂ ਵਾਲੇ ਨੇ, ਕਰਾਮਾਤਾਂ ਵਾਲੇ ਨੇ, ਰਿਧੀਆਂ ਸਿੱਧੀਆਂ ਵਾਲੇ ਨੇ। ਔਰ ਸਭ ਤੋਂ ਵੱਡੀ ਗੱਲ ਕਿ ਇਸ ਪ੍ਰਭੂ ਦੇ ਦਰ ਤੋਂ ਭੁਗਤੀ ਵੀ ਮਿਲਦੀ ਹੈ, ਮੁਕਤੀ ਵੀ ਮਿਲਦੀ ਹੈ। ਭੁਗਤੀ ਕੀ ਹੈ? ਦੁਨੀਆ ਦੇ ਪਦਾਰਥ। ਮੁਕਤੀ ਕੀ ਹੈ? ਕਿ ਮਰਨ ਤੇ ਜਨਮ ਇਹ ਵੀ ਖਤਮ ਹੋ ਜਾਂਦਾ ਹੈ। ਆਵਾਗਮਨ ਹੀ ਗੁਰੂ ਜਿਹੜਾ ਹੈ ਉਹ ਮਿਟਾ ਦਿੰਦਾ ਹੈ। ਹਾਂਜੀ। ਅਦਕ ਕਿਰਪਾਲ ਨ ਦੁਖ ਦੇਖ ਸਕਈ, ਸੰਸਹਿ ਨਾਸੈ ਜਿਸ ਦਿਸ਼ ਤਕਈ। ਗੁਰੂ ਅਮਰਦਾਸ ਕਿਸੇ ਦਾ ਦੁੱਖ ਨਹੀਂ ਸੀ ਵੇਖ ਸਕਦੇ, ਤੇ ਜਿਹਦੇ ਵੱਲ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਤੱਕਦੇ ਸੀ ਉਹਦੇ ਸੰਸੇ ਮਿਟ ਜਾਂਦੇ ਸੀ। ਇਹ ਗੱਲ ਯਾਦ ਰੱਖਣਾ। ਬਹੁਤ ਸਾਰੀਆਂ ਗੱਲਾਂ ਦੇ ਸਾਨੂੰ ਡਾਊਟ ਹੁੰਦੇ ਨੇ, ਸੰਸੇ ਹੁੰਦੇ ਨੇ, ਸ਼ੱਕ ਹੁੰਦੇ ਨੇ, ਸ਼ੁਬੇ ਹੁੰਦੇ ਨੇ, ਵਹਿਮ ਹੁੰਦੇ ਨੇ, ਭਰਮ ਹੁੰਦੇ ਨੇ। ਉਹ ਗੱਲਾਂ ਹੁੰਦੀਆਂ ਹੀ ਨਹੀਂ। ਜਿਵੇਂ ਆਪਾਂ ਨੂੰ ਇਹ ਵੀ ਇੱਕ ਸੰਸਾ ਹੀ ਹੈ ਜਾਂ ਇਵੇਂ ਭਰਮ ਹੀ ਇੱਕ ਕਿ ਜ਼ਿੰਦਗੀ ਜਿਉਣ ਲਈ ਬਹੁਤ ਸਾਰਾ ਪੈਸਾ ਚਾਹੀਦਾ ਹੈ। ਨਹੀਂ, ਬਹੁਤ ਸਾਰਾ ਪੈਸਾ ਜ਼ਿੰਦਗੀ ਜਿਉਣ ਲਈ ਨਹੀਂ ਚਾਹੀਦਾ। ਬਹੁਤ ਵੱਡਾ ਘਰ ਚਾਹੀਦਾ ਹੈ। ਨਹੀਂ, ਬਹੁਤ ਵੱਡਾ ਘਰ ਰਹਿਣ ਵਾਸਤੇ ਨਹੀਂ ਚਾਹੀਦਾ। ਹਾਂ, ਵਿਖਾਉਣ ਵਾਸਤੇ ਚਾਹੀਦਾ ਹੈ ਰਿਸ਼ਤੇਦਾਰਾਂ ਨੂੰ ਵੀ ਤੁਹਾਡੇ ਕੋਲ ਏਡਾ ਵੱਡਾ ਘਰ ਹੈਗਾ ਹੈ। ਆਪਣੇ ਰਹਿਣ ਲਈ ਨਹੀਂ ਚਾਹੀਦਾ। ਮੈਨੂੰ ਖਿਮਾ ਕਰਨਾ, ਜਿਸ ਦਾ ਘਰ ਬਹੁਤ ਵੱਡਾ ਹੈ, ਕਦੇ ਉਸ ਘਰ ਵਿੱਚ ਜ਼ਰੂਰ ਜਾ ਕੇ ਚਾਹ ਪਾਣੀ ਪੀ ਕੇ ਉਸ ਘਰ ਦੀ ਮਾਲਕਣ ਬੱਚੀ ਨੂੰ, ਭੈਣ ਨੂੰ, ਧੀ ਨੂੰ ਪੁੱਛਿਓ ਵੀ ਭੈਣੇ ਤੂੰ ਇਸ ਘਰ ਵਿੱਚ ਖੁਸ਼ ਹੈ? ਪਤਾ ਨਹੀਂ ਕੀ ਕਹਿਣਾ ਹੈ। ਵੀਰ ਜੀ ਜਿੰਨਾ ਚਿਰ ਆਉਂਦੀ ਨਹੀਂ ਮੈਂ ਤੇ ਵਿੱਚ ਡਰਦੀ ਰਹਿੰਦੀ ਆ।
ਵੀ ਦੱਸੋ ਵੀ ਇਹੋ ਜਿਹਾ ਸਿਆਪਾ ਪਾਇਆ ਹੀ ਕਿਉਂ ਹੈ। ਵੀ ਜੇ ਸਾਰਾ ਦਿਨ ਚੌਪਈ ਦਾ ਪਾਠ ਕਰਕੇ ਹੀ ਕੱਟਣਾ ਪਵੇ, ਇਸ ਕਰਕੇ ਨਹੀਂ ਵੀ ਭਗਤੀ ਹੋ ਰਹੀ ਹੈ, ਇਸ ਕਰਕੇ ਵੀ ਮੈਨੂੰ ਕੋਈ ਕੁਝ ਹੋ ਹੀ ਨਾ ਜਾਵੇ, ਤੇ ਫਿਰ ਏਡੇ ਵੱਡੇ ਘਰ ਦੀ ਲੋੜ ਕੀ ਹੈ। ਭਰਮ ਹੈ ਨਾ। ਵੇਖੋ ਰੱਬ ਦਵੇ, ਮੈਂ ਹਮੇਸ਼ਾ ਬੇਨਤੀ ਕਰਦਾ, ਜੇ ਰੱਬ ਸੁੱਖ ਦਵੇ ਤੇ ਪੁੰਚਣਾ ਚਾਹੀਦਾ ਹੈ। ਰੱਬ ਸੋਹਣੇ ਕੱਪੜੇ ਦਵੇ ਤੇ ਪਾਉਣੇ ਚਾਹੀਦੇ ਨੇ। ਰੱਬ ਵੱਡੀ ਗੱਡੀ ਦਵੇ ਤੇ ਬਹਿਣਾ ਚਾਹੀਦਾ। ਰੱਬ ਘਰ ਸੋਹਣਾ ਦਵੇ ਤੇ ਰਹਿਣਾ ਚਾਹੀਦਾ ਹੈ। ਹੁਣ ਉੱਥੇ ਕਵੇ ਬੰਦਾ, ਨਹੀਂ ਜੀ ਮੈਂ ਤੇ ਲੰਗੋਟੀ ਲਾਉਣੀ ਹੈ, ਵੀ ਤੇਰੇ ਭਾਗ ਮਾੜੇ ਨੇ, ਕੋਈ ਕੀ ਕਰ ਸਕਦਾ। ਫਿਰ ਆਦਮੀ ਕਹੀ ਜਾਵੇ, ਨਹੀਂ ਜੀ ਮੈਂ ਤੇ ਵਰਤ ਰੱਖਣੇ ਨੇ, ਵੀ ਭਾਈ ਤੇਰੇ ਭਾਗ ਮਾੜੇ ਨੇ, ਰੱਖ ਵਰਤ। ਰੱਬ ਨੇ ਹੁਣ ਪਾਕਿਸਤਾਨ 'ਚ ਵਰਤ ਰਖਾਈ ਹੋਏ ਆ, ਕੋਈ ਰੋਜ਼ਿਆਂ ਦੇ ਦਿਨ ਤਾਂ ਨਹੀਂ ਹੈਗੇ। ਕਿੱਡੀ ਵੱਡੀ ਤਰਾਸਦੀ ਆਈ ਹੈ ਉੱਥੇ। ਤੁਸੀਂ ਵੀਡੀਓ ਖੋਲੋਗੇ ਰੋ ਪਵੋਗੇ। ਤੁਸੀਂ ਇੱਕ ਬਾਪ ਨੂੰ ਜਦੋਂ ਬੱਚੇ ਦੀ ਲਾਸ਼ ਪਾਣੀ 'ਚ ਲੈ ਕੇ ਜਾਂਦਾ ਵੇਖੋਗੇ, ਤੁਹਾਡੀ ਰੂਹ ਕੰਬ ਜਾਏਗੀ। ਮਵਾਸੀ ਮੱਝਾਂ ਗਾਵਾਂ ਚਿੱਕੜ ਵਿੱਚ ਧਸੀਆਂ ਹੋਈਆਂ ਨੇ, ਕੋਈ ਮੂਵਮੈਂਟ ਨਹੀਂ ਹੈ। ਨਹੀਂ ਤੇ ਜਾਨਵਰ ਤਾਂ ਕਦੇ ਪਾਣੀ 'ਚ ਡੁੱਬ ਕੇ ਮਰਦੇ ਹੀ ਨਹੀਂ। ਦੇਖੋ ਮੈਂ ਫਿਰ ਬੇਨਤੀ ਕਰਾਂ, ਜਿਹਨੂੰ ਰੱਬ ਨੇ ਨਹੀਂ ਬੋਲਣ ਦੀ ਦਾਤ ਦੇਣੀ, ਉਹ ਬੱਚੇ ਜਮਾਂਦਰੂ ਗੂੰਗੇ ਨੇ। ਜਿਨ੍ਹਾਂ ਨੂੰ ਸੁਣਨ ਦੀ ਦਾਤ ਨਹੀਂ ਦੇਣੀ, ਉਹ ਜਮਾਂਦਰੂ ਬਹਿਰੇ ਨੇ। ਜਿਹਨੂੰ ਨਹੀਂ ਵੇਖਣ ਦੀ ਦਾਤ ਦੇਣੀ, ਉਹ ਬੱਚੇ ਜਮਾਂਦਰੂ ਵੀ ਅੰਧੇ ਨੇ। ਜਿਹਨੂੰ ਨਹੀਂ ਭੱਜਣ ਦਾ ਤੁਰਨ ਫਿਰਨ ਦਾ ਹੱਕ ਦੇਣਾ, ਉਹ ਬੱਚੇ ਜਮਾਂਦਰੂ ਹੀ ਅਪਾਹਜ ਨੇ। ਜਿਸ ਬੰਦੇ ਨੂੰ ਪਰਮਾਤਮਾ ਨੇ ਵਿਆਹ ਦਾ ਹੱਕ ਨਹੀਂ ਦੇਣਾ, ਉਹ ਜਮਾਂਦਰੂ ਹੀ ਖੁਸਰੇ ਨੇ। ਇੱਥੇ ਚੰਗਾ ਭਲਾ ਬੰਦਾ ਕਹੀ ਜਾਂਦੇ, ਜੀ ਮੈਨੂੰ ਵਿਆਹ ਦੀ ਕੀ ਲੋੜ ਹੈ ਜੀ। ਵੀ ਤੂੰ ਵਿਆਹ ਦੀ ਲੋੜ ਹੈ ਤੇ ਤੈਨੂੰ ਰੱਬ ਨੇ ਇਸਤਰੀ ਜਾਂ ਪੁਰਖ ਬਣਾਇਆ, ਨਹੀਂ ਤਾਂ ਰੱਬ ਨੇ ਤੈਨੂੰ ਖੁਸਰਾ ਬਣਾਉਣਾ ਸੀ, ਨੱਚੀ ਜਾਂਦਾ ਲੋਕਾਂ ਦੇ ਘਰਾਂ 'ਚ। ਨਹੀਂ ਗੱਲ ਸਾਨੂੰ ਸਮਝ ਆਉਂਦੀ, ਕੌਣ ਸਮਝਾਵੇ। ਕੌਣ ਕਿੰਨਾ ਕੁ ਕੌੜਾ ਬੋਲੋਗੇ ਤੁਸੀਂ। ਰੱਬ ਨੇ ਤੁਹਾਨੂੰ ਬਹੁਤ ਸੋਹਣਾ ਜੀਵਨ ਦਿੱਤਾ ਹੈ। ਕੋਈ ਚੀਜ਼ ਤੁਹਾਡੀ ਜ਼ਿੰਦਗੀ ਵਿੱਚ ਫालतू ਨਹੀਂ ਹੈ, ਵਾਧੂ ਨਹੀਂ ਹੈ। ਅੱਜ ਵੀ ਤੁਸੀਂ ਵੇਖ ਲਓ, ਜਦੋਂ ਬੰਦੇ ਦੀ ਸਰਜਰੀ ਹੁੰਦੀ ਹੈ ਤੇ ਉਹਦੇ ਪੱਟ ਦਾ ਮਾਸ ਕੱਢ ਕੇ ਲਾਇਆ ਜਾਂਦਾ ਹੈ। ਪੱਟ ਦੇ ਵਿੱਚ ਐਸੇ ਪਰਮਾਤਮਾ ਨੇ ਮਾਸ ਦੇ ਉਹ ਲੋਥੇ ਰੱਖੇ ਹੋਏ ਨੇ। ਤੁਹਾਡੀਆਂ ਦੋਨਾਂ ਲੱਤਾਂ ਦੇ ਵਿੱਚ ਇੱਕ ਇੱਕ ਨਾੜੀ ਵਾਧੂ ਹੈ। ਜਦੋਂ ਬਾਈਪਾਸ ਹੁੰਦੀ, ਡਾਕਟਰ ਉੱਥੋਂ ਕੱਢ ਕੇ ਪਾ ਦਿੰਦੇ ਨੇ। ਕਿਸੇ ਬੱਕਰੇ ਕੁੱਤੇ ਦੀ ਕੱਢ ਕੇ ਥੋੜਾ ਲਿਆਉਂਦੇ ਨੇ ਵੀ ਬੰਦੇ ਨੂੰ ਪਾਉਣੀ ਹੈ, ਤੁਹਾਡੀ ਕੱਢ ਕੇ ਤੁਹਾਨੂੰ ਪਾਉਂਦੇ ਨੇ। ਸਪੇਅਰ ਪਾਰਟ ਵੀ ਇੱਥੇ ਵਿੱਚੇ ਰੱਖਿਆ ਰੱਬ ਨੇ ਤੁਹਾਡੇ ਸਰੀਰ ਵਿੱਚ। ਰੱਬ ਨੂੰ ਸਮਝਣ ਦੀ ਲੋੜ ਹੈ, ਰੱਬ ਨੂੰ ਮੰਨਣ ਦੀ ਲੋੜ ਹੈ, ਰੱਬ ਨੂੰ ਵਰਤਣ ਦੀ ਲੋੜ ਨਹੀਂ। ਵੀ ਜਦੋਂ ਫਸ ਗਏ, ਪਿੱਛੇ ਕਥਾ ਸੁਣੀ ਹੈ ਨਾ ਗੰਗੋ ਸ਼ਾਹ ਦੀ ਆਪਾਂ, ਵੀ ਜਦੋਂ ਲੁੱਟਿਆ ਪੁੱਟਿਆ ਗਿਆ ਸਾਰਾ ਕੁਝ, ਉਦੋਂ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ। ਤੇ ਜਦੋਂ ਸ਼ਾਹੂਕਾਰ ਬਣ ਗਿਆ, ਕੌਣ ਅਮਰਦਾਸ, ਕਿਹੜਾ ਅਮਰਦਾਸ। ਇੱਦਾਂ ਨਹੀਂ ਕਰਨਾ ਚਾਹੀਦਾ। ਜਦੋਂ ਰੱਬ ਨੇ ਤੁਹਾਨੂੰ ਦਿੱਤਾ ਹੈ, ਵੇਖੋ ਬ੍ਰਿਕਸ਼ ਤੋਂ ਸਿੱਖਣ ਦੀ ਲੋੜ ਹੈ। ਜਦੋਂ ਪੇੜ ਨੂੰ ਫਲ ਲੱਗਦਾ ਹੈ, ਜਦੋਂ ਦਰਖਤ ਨੂੰ ਫਲ ਲੱਗਦਾ ਹੈ, ਦਰਖਤ ਆਕੜਦਾ ਨਹੀਂ ਹੈ, ਉਸ ਧਰਤੀ ਵੱਲ ਝੁਕ ਜਾਂਦਾ ਹੈ ਜਿਹੜੀ ਧਰਤੀ ਵਿੱਚ ਉਹ ਉੱਗਿਆ ਹੈ, ਜਿਹੜੀ ਧਰਤੀ ਵਿੱਚੋਂ ਉਹਨੂੰ ਖਾਦ ਪਾਣੀ ਖੁਰਾਕ ਮਿਲੀ ਹੈ, ਜਿਹੜੀ ਧਰਤੀ ਨੇ ਉਹਨੂੰ ਖੜਾ ਰੱਖਿਆ ਹੋਇਆ ਹੈ। ਹਨੇਰੀਆਂ ਆਉਂਦੀਆਂ ਨੇ ਤੇ ਜੇ ਥੱਲੇ ਜ਼ਮੀਨ ਹਿੱਲ ਜਾਏ ਤਾਂ ਪੇੜ ਪੁੱਟਿਆ ਨਹੀਂ ਜਾਏਗਾ। ਜਿਹੜੀ ਜ਼ਮੀਨ ਨੇ ਉਸ ਨੂੰ ਪਕੜ ਕੇ ਰੱਖਿਆ ਹੈ ਵੀ ਤਕੜਾ ਹੋ ਬਈ,
ਜਿੰਨਾ ਫਲ ਲੱਗੇਗਾ ਮੈਂ ਸੰਭਾਲਾਂਗੀ। ਉਹ ਦਰਖਤ ਉਸ ਧਰਤੀ ਵੱਲ ਝੁਕ ਜਾਂਦਾ ਹੈ। ਬਸ ਇਹਨੂੰ ਇੱਦਾਂ ਹੀ ਸਮਝ ਲੈਣਾ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼। ਜਿਹਨੇ ਰੱਬ ਨੇ ਦਿੱਤਾ ਹੈ ਉਹਨੂੰ ਇੱਕ ਵਾਰੀ ਉੱਠ ਕੇ ਜ਼ਰੂਰ ਕਿਹਾ ਕਰੋ ਵੀ ਵਾਹਿਗੁਰੂ ਤੈਨੂੰ ਸ਼ਾਬਾਸ਼ ਕਿ ਮੇਰੇ ਵਰਗੇ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓ ਹੀ। ਇਹ ਤੇ ਮੇਰੇ ਤੇ ਤਰਸ ਕੀਤਾ, ਦਇਆ ਕੀਤੀ ਹੈ ਤੂੰ। ਬੜੇ ਲੋਕ ਬੇਔਲਾਦ ਵੀ ਤੁਰੇ ਫਿਰਦੇ ਨੇ, ਤੂੰ ਮੈਨੂੰ ਬੱਚੇ ਦਿੱਤੇ ਨੇ। ਬੜੀ ਦੁਨੀਆ ਰੋਂਦੀ ਫਿਰਦੀ ਹੈ। ਕਈ ਵਾਰੀ ਨਾ ਅਸੀਂ ਤਾਬਿਆ ਬੈਠੇ ਹੁੰਨੇ ਨਾ, ਬੜੇ ਅਜੀਬ ਸ਼ਬਦ ਆ ਕੇ ਬੱਚੀਆਂ ਬੋਲ ਦਿੰਦੀਆਂ ਨੇ। ਜਦ ਕੱਲ ਪਰਸੋਂ ਦੀ ਗੱਲ ਹੈ, ਮੈਨੂੰ ਕੋਈ ਇੱਕ ਭੈਣ ਕਹਿ ਰਹੀ ਸੀ, ਬਾਬਾ ਜੀ ਸਾਨੂੰ ਇੱਕ ਪੋਤੀ ਦੇ ਦਿਓ। ਹੁਣ ਕਿੱਦਾਂ ਸਮਝਾਈਏ ਵੀ ਅਸੀਂ ਨਹੀਂ ਦੇਣਾ? ਅਸੀਂ ਕੌਣ ਹੁੰਨੇ ਆ? ਅਸੀਂ ਤਾਂ ਚਪੜਾਸੀ ਹਾਂ ਉਹਦੇ ਘਰ ਦੇ। ਅਸੀਂ ਤੁਹਾਡੀ ਫਾਈਲ ਗਾਹ ਕਰ ਸਕਦੇ ਹਾਂ, ਤੁਹਾਡੀ ਬੇਨਤੀ ਕਰ ਸਕਦੇ ਹਾਂ। ਦੇਣ ਵਾਲਾ ਦੀਨ ਦੁਨੀਆ ਦਾ ਪਾਤਸ਼ਾਹ ਹੈ। ਹੁਣ ਉਹ ਵੀ ਲੋਕ ਨੇ ਜਿਹੜੇ ਪੁੱਤ ਮੰਗਦੇ ਫਿਰਦੇ ਨੇ, ਕੋਈ ਵੀ ਨੇ ਜਿਨ੍ਹਾਂ ਨੂੰ ਮਿਲੇ ਨੇ, ਉਹ ਰੋਜ਼ ਹੀ ਜਾ ਕੇ ਸਿਰ ਮਨਾਉਂਦੇ ਨੇ ਉਹਨਾਂ ਦਾ ਵੀ ਤੁਹਾਡੇ ਤੋਂ ਜੂੜੇ ਨਹੀਂ ਕੀਤੇ ਜਾਂਦੇ, ਤੁਸੀਂ ਉਹਨਾਂ ਬੱਚਿਆਂ ਦੇ ਸੋਹਣੇ ਪਟਕੇ ਨਹੀਂ ਬੰਨ੍ਹ ਸਕਦੇ। ਪਰ ਕਿੰਨੇ ਕੁ ਵਾਧੂ ਬੱਚੇ ਤੁਹਾਨੂੰ ਰੱਬ ਨੇ ਦੇ ਦਿੱਤੇ ਵੀ ਤੁਹਾਡੇ ਤੋਂ ਕੰਘੀ ਜੋਗਾ ਵੀ ਵਕਤ ਨਹੀਂ ਰਿਹਾ। ਸਾਨੂੰ ਸ਼ੁਕਰ ਕਰਨਾ ਚਾਹੀਦਾ ਕਿ ਉਸ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਅਸੀਂ ਰੱਬ ਨੂੰ ਵਰਤਦੇ ਹਾਂ, ਮੰਨਦੇ ਨਹੀਂ ਆ। ਮੰਨਣ ਦਾ ਤਰੀਕਾ ਹੀ ਬੜਾ ਸੌਖਾ ਹੈ ਵੀ ਹਰ ਵੇਲੇ ਵਾਹਿਗੁਰੂ ਕਹੋ ਵੀ ਗੁਰੂ ਤੂੰ ਧੰਨ ਹੈ, ਮੇਰੀ ਗੱਡੀ ਚੱਲ ਰਹੀ ਹੈ, ਮਾਇਆ ਆ ਰਹੀ ਹੈ, ਦੁਨੀਆ 'ਚ ਮਾਣ ਇੱਜ਼ਤ ਬਣਿਆ ਹੋਇਆ ਹੈ ਤੇ ਕੰਮ ਧੰਦਾ ਚੱਲੀ ਜਾਂਦਾ, ਰੁਕਦਾ ਕੁਛ ਹੈ ਨਹੀਂ ਹੈ। ਸਾਰੇ ਕਾਰਜ ਰਾਸ ਨੇ ਤੇ ਹੋਰ ਕੀ ਚਾਹੀਦਾ? ਹਾਂਜੀ। ਕੌਣ ਕੌਣ ਗੁਣ ਬਰਨਨ ਕਰੋ, ਸੁਜਸ ਵਿਸਾਲ ਬੁੱਧ ਲਗੂ ਤਰੋ। ਕਿਹੜੇ ਕਿਹੜੇ ਗੁਣ ਮੈਂ ਗੁਰੂ ਅਮਰਦਾਸ ਜੀ ਦੇ ਵਰਣਨ ਕਰਾਂ? ਕਵੀ ਜੀ ਕਹਿੰਦੇ ਮੇਰੀ ਬੁੱਧੀ ਛੋਟੀ ਹੈ, ਮੇਰੀ ਮਤ ਥੋੜੀ ਹੈ। ਜਿਹਵਾ ਏਕ ਕਵਣ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਏ। ਅੰਤ ਤਾਂ ਤੇਰਾ ਕਿਸੇ ਨੇ ਵੀ ਨਹੀਂ ਪਾਇਆ। ਹਾਂਜੀ। ਬਣੈ ਬੰਦਨਾ ਪਦ ਅਰਬਿੰਦਾ, ਬੰਸ ਪ੍ਰਕਾਸ਼ਕ ਚੰਦ ਮਨਿੰਦਾ। ਗੁਰੂ ਦੇ ਚਰਨਾਂ ਤੇ ਜਿਹੜਾ ਬੰਧਨ ਨਾ ਕਰੇ, ਕਿਉਂਕਿ ਇਹ ਗੁਰੂ ਬੰਦਨੀਏ ਹੈ, ਮੱਥਾ ਟੇਕਣ ਦੇ ਲਾਇਕ ਹੈ, ਯੋਗ ਹੈ। ਸਾਡੇ 'ਚ ਕਈ ਬੰਦੇ ਚਾਹ ਦੇ ਕੱਪ ਦੇ ਲਾਇਕ ਨਹੀਂ ਹੈਗੇ। ਅਗਲਾ ਕਹਿੰਦਾ ਇਹਨੂੰ ਘਰ ਨਾ ਵਾੜਿਓ, ਇਹ ਤੇ ਚਾਹ ਦੇ ਕੱਪ ਦੇ ਲਾਇਕ ਨਹੀਂ ਹੈਗਾ। ਈਮਾਨ ਗਵਾ ਲਿਆ ਸੀ ਆਪਣਾ, ਆਪਣਾ ਇਤਬਾਰ ਗਵਾਇਆ ਹੋਇਆ ਹੈ। ਗੁਰੂ ਬੰਦਨੀਏ ਹੈ, ਪੂਜਣੀਏ ਹੈ। ਕੌਣ ਬਣੈ ਬੰਦਨਾ ਪਦ ਅਰਬਿੰਦਾ, ਬੰਸ ਪ੍ਰਕਾਸ਼ਕ ਸੁਜਸ ਵਿਸਾਲ ਬੁੱਧ ਲਘੂ ਧਰੋਂ। ਕੌਣ ਕੌਣ ਗੁਣ ਵਰਣਨ ਕਰੋ? ਕਿਹੜੇ ਕਿਹੜੇ ਗੁਣ ਹੇ ਗੁਰੂ ਅਮਰਦਾਸ ਮੈਂ ਤੇਰੇ ਵਰਣਨ ਕਰਾਂ? ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਬਣੈ ਬੰਦਨਾ ਪਦ ਅਰਬਿੰਦਾ, ਬੰਸ ਪ੍ਰਕਾਸ਼ਕ ਚੰਦ ਮਨਿੰਦਾ। ਜਿਹੜੇ ਸਤਿਗੁਰੂ ਚੰਦਰਮਾ ਦੀ ਨੁਮਾ ਸੀਤਲਤਾ ਵੰਡਦੇ ਨੇ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕਣਾ ਹੀ ਬਣਦਾ ਹੈ। ਆਪਾਂ ਜਦੋਂ ਆਉਂਦੇ ਹਾਂ ਅੰਦਰ ਗੁਰਦੁਆਰੇ, ਆਪਾਂ ਬਲਾਈਂਡ ਮੱਥਾ ਟੇਕਦੇ ਹਾਂ। ਗੁਰੂ ਬੰਦਨੀਏ ਹੈ, ਗੁਰੂ ਮੱਥਾ ਟੇਕਣ ਦੇ ਯੋਗ ਨੇ, ਵਡਿਆਈ ਹੈ ਉਹਨਾਂ ਦੀ। ਉਹ ਇਸ ਮਹਿਮਾ ਦੇ ਆਪ ਮਾਲਕ ਨੇ। ਸੋਚਣ ਦੀ ਲੋੜ ਨਹੀਂ ਮੱਥਾ ਟੇਕਾ ਕਿ ਨਾ ਟੇਕਾ। ਅਗਰ ਮੱਥਾ ਟੇਕਣਾ ਹੀ ਬਣਦਾ ਹੈ
ਤਾਂ ਸਿਰਫ ਗੁਰੂ ਪਾਤਸ਼ਾਹ ਜੀ ਨੂੰ ਬਣਦਾ ਹੈ। ਹਾਂਜੀ। ਧਰ ਪ੍ਰਤੀਤ ਜੇ ਕਾਰ ਕਮਾਵੈ ਭੁਗਤ ਮੁਕਤ ਮਜੂਰੀ ਪਾਵੈ। ਜਿਹੜੇ ਪਿਆਰ ਕਰਨ ਗੁਰੂ ਨੂੰ ਤੇ ਸੇਵਾ ਕਰਨ ਗੁਰੂ ਦੀ, ਉਹਨਾਂ ਨੂੰ ਭੁਗਤੀ ਮੁਕਤੀ ਇਹ ਮਜ਼ਦੂਰੀ ਮਿਲਦੀ ਹੈ। ਹੁਣ ਗੁਰੂ ਦੀ ਸੇਵਾ ਕਰੋ ਤੇ ਕੀ ਮਿਲੇਗਾ? ਸਾਡੇ ਵਰਗਿਆਂ ਨੂੰ ਤਾਂ ਤਨਖਾਹ ਮਿਲਦੀ ਹੈ, ਕਿਉਂਕਿ ਅਸੀਂ ਡਿਊਟੀ ਕਰਦੇ ਹਾਂ, ਨੌਕਰੀ ਕਰਦੇ ਹਾਂ। ਤੇ ਜੇ ਡਿਊਟੀ ਨੌਕਰੀ ਦੀ ਸ਼ਰਤ ਤੋਂ ਅੱਗੇ ਚਲੇ ਜਾਈਏ ਵੀ ਨਹੀਂ ਭਾਈ ਇਹ ਤਾਂ ਮੇਰੇ ਗੁਰੂ ਦਾ ਘਰ ਹੈ, ਹੁਣ ਡਿਊਟੀ ਕਰੋਗੇ ਤਾਂ 8.25 ਘੰਟੇ ਨਹੀਂ ਰੁਕੋਗੇ, 8 ਘੰਟਿਆਂ ਬਾਅਦ ਮੈਂ ਤੇ ਚੱਲਿਆ ਜੀ। ਪੁੱਛੋ ਵੀ ਕਿਹੜੇ ਲਾਲ ਕਿਲੇ ਤੇ ਝੰਡਾ ਚੜਾਉਣਾ ਜਾ ਕੇ ਤੂੰ? ਜੇ 10 ਮਿੰਟ ਵੱਧ ਵੀ ਲੱਗ ਜਾਣਗੇ, ਇੱਥੇ ਇਦਾਂ ਦੀਆਂ ਫੌਜਾਂ ਵੀ ਹੈਗੀਆਂ ਨੇ, ਘੰਟਾ ਲੇਟ ਆਉਂਦੀਆਂ ਨੇ, ਅੱਧਾ ਘੰਟਾ ਪਹਿਲਾਂ ਭੱਜ ਜਾਂਦੀਆਂ ਨੇ। ਤੇ ਐਸੇ ਵੀ ਹੋਣੇ ਚਾਹੀਦੇ ਆ ਜਿਹੜੇ ਪਹਿਲਾਂ ਆਉਣ ਤੇ ਮਗਰੋਂ ਜਾਣ। ਸਗੋਂ ਜਿਨੇ ਤੁਹਾਡੇ ਤੋਂ ਬਾਅਦ ਆਉਣਾ ਹੈ, ਤੁਹਾਡੇ ਤੋਂ ਬਾਅਦ ਜਿਨੇ ਡਿਊਟੀ ਤੁਹਾਡੀ ਸੰਭਾਲਣੀ ਹੈ, ਸਗੋਂ ਉਹਨੂੰ ਫਿਰ ਤੁਰਨ ਲੱਗਿਆ ਪੁੱਛੋ ਵੀ ਵੀਰ ਜੀ ਤੁਸੀਂ ਲੰਗਰ ਪਾਣੀ ਛਕਣਾ ਤੇ ਛਕ ਲਓ, ਮੈਂ ਹੋਰ 10 ਮਿੰਟ ਖਲੋ ਜਾਣਾ, ਤੇ ਜੇ ਕਹੋ ਤਾਂ ਮੈਂ ਚਲੇ ਜਾਣਾ। ਫਿਰ ਵੇਖੋ ਵੀ ਸੇਵਾ ਬਣਦੀ ਕਿ ਨਹੀਂ ਬਣਦੀ, ਫਿਰ ਸੇਵਾ ਬਣ ਜਾਏਗੀ। ਤੇ ਜੇ ਘੰਟਾ ਲੇਟ ਆਉਣਾ, ਅੱਧਾ ਘੰਟਾ ਪਹਿਲਾਂ ਭੱਜ ਜਾਣਾ, ਇਹ ਕੀ ਹੈ? ਤੇ ਡਿਊਟੀ ਹੈ। ਕਵੀ ਜੀ ਕਹਿੰਦੇ ਨੇ ਜਿਹੜੇ ਸੇਵਾ ਕਰਨਗੇ ਉਹਨਾਂ ਨੂੰ ਮੁਕਤੀ ਭੁਗਤੀ ਸਭ ਕੁਝ ਮਿਲੇਗਾ। ਦੁਨੀਆ ਦੇ ਪਦਾਰਥ ਵੀ ਮਿਲਣਗੇ, ਜੰਮਣ ਮਰਨ ਵੀ ਮਿਟੇਗਾ। ਅਸ ਸਤ ਗੁਰ ਜਿਨ ਸੇਵਿਓ ਨਾਹੇ ਜਨਮ ਬਾਦ ਤਿਨ ਕੋ ਜਗ ਮਾਹੇ। ਐਸਾ ਕੋਈ ਮਨੁੱਖ ਜਿਨੇ ਗੁਰੂ ਅਮਰਦਾਸ ਜੀ ਦੀ ਸੇਵਾ ਨਾ ਕੀਤੀ ਹੋਵੇ, ਆਪਣੇ ਗੁਰੂ ਦੀ ਭਗਤੀ ਨਾ ਕੀਤੀ ਹੋਵੇ, ਕਵੀ ਜੀ ਕਹਿੰਦੇ ਫਿਰ ਉਹ ਜੰਮਿਆ ਕਾਹਦੇ ਲਈ ਹੈ? ਉਹਦਾ ਜੰਮਣਾ ਹੀ ਵਿਅਰਥ ਹੈ। ਪੁੱਛੋ ਵੀ ਭਾਈ ਤੂੰ ਫਿਰ ਲੈਣ ਕੀ ਆਇਆ ਦੁਨੀਆ ਤੇ? ਕੀ ਤੂੰ ਬੱਚੇ ਪੈਦਾ ਕਰਨ ਆਇਆ? ਕੀ ਤੂੰ ਇਮਾਰਤਾਂ ਬਣਾਉਣ ਆਇਆ? ਕੀ ਤੂੰ ਜ਼ਮੀਨ ਅਕਵਾਇਰ ਕਰਨ ਆਇਆ? ਵੀ ਇਧਰੋਂ ਵੀ ਜ਼ਮੀਨ ਘੇਰ ਲਓ ਜੀ, ਉਧਰੋਂ ਵੀ ਜ਼ਮੀਨ ਘੇਰ ਲਓ, ਪਰ ਇਹ ਚੇਤਾ ਰੱਖਣਾ ਬਹੁਤੀਆਂ ਜ਼ਮੀਨਾਂ ਵਾਲਿਆ 3.5 ਹੱਥ ਧਰਤੀ ਤੇਰੀ। ਜਦੋਂ ਮਰ ਗਏ ਹੋ 3.5 ਹੱਥ ਮਿਣ ਕੇ ਕਬਰ ਪਟਣੀ ਉਹਨਾਂ ਨੇ ਤੇਰੀ, 4 ਹੱਥ ਵੀ ਨਹੀਂ ਪਟਣੀ। ਉਹਨਾਂ ਨੂੰ ਪਤਾ ਵੀ ਇਦੋਂ ਵੱਡਾ ਲੰਬਾ ਬੰਦਾ ਹੁੰਦਾ ਹੀ ਨਹੀਂਗਾ। ਹਾਂਜੀ। ਏਕ ਪਲਕ ਮਹਿ ਕਰੈ ਨਿਹਾਲ ਕੋਟ ਜਨਮ ਕੋ ਕਾਟੈ ਕਾਲ। ਕਈ ਜਗ੍ਹਾ ਐਸਾ ਮਾਹੌਲ ਵੀ ਵੇਖਿਆ, ਨਹੀਂ ਜੀ ਬਾਪੂ ਜ਼ਮੀਨਾਂ ਜਾਇਦਾਦਾਂ ਵਾਲਾ ਹੈ ਜੀ, ਬਾਪੂ ਦਾ ਇੱਥੇ ਖੇਤਾਂ ਵਿੱਚ ਹੀ ਸੰਸਕਾਰ ਕਰੋ, ਤੇ ਫਿਰ ਪਤਾ ਲੱਗਦਾ ਵੀ ਉਹ ਕਹਿੰਦੇ ਨੁੱਕਰ ਤੇ ਕਰੋ। ਪੁੱਛੋ ਵੀ ਅੰਦਰ ਬਾਪੂ ਵੜ ਗਿਆ ਤੇ ਫਿਰ ਕੀ ਹੋ ਜਾਏਗਾ? ਮਤਲਬ ਆਮ ਮੜੀਆਂ 'ਚ ਨਹੀਂ ਸੰਸਕਾਰਨਾ, ਕਿਉਂਕਿ ਬਾਪੂ ਜ਼ਮੀਨ ਜਾਇਦਾਦਾਂ ਵਾਲਾ ਹੈ। ਅੱਛਾ ਜੀ, ਲੋਕਾਂ ਨੂੰ ਲੱਗੇਗਾ ਵੀ ਬੜੀ ਵੱਡੀ ਗੱਲ ਹੈ। ਹੁਣ ਕਹੋ ਜੀ ਚਲੋ ਜੀ ਜ਼ਮੀਨ 'ਚ ਹੀ ਕਰ ਲੈਂਦੇ ਆ, ਫਿਰ ਕਹਿਣਗੇ ਜੀ ਨੁੱਕਰ ਤੇ ਕਰੋ। ਜੇ ਕਿੱਲੇ ਦੇ ਵਿਚਕਾਰ ਕਰਤਾ ਤੇ ਮੁੜ ਕੇ ਜ਼ਮੀਨ ਕਿੱਦਾਂ ਵਾਹੁਣੀ ਹੈ? ਇਸ ਸ਼ਰਧਾ, ਇਹ ਜਿਹੜਾ ਸਾਡਾ ਲੋਕਾਂ ਦੇ ਵਿੱਚ ਵਿਖਾਵੇ ਦਾ ਪੱਖ ਹੈ, ਇਹ ਵੀ ਚੇਤਾ ਰੱਖਣਾ। ਪੁਰਾਣੇ ਜ਼ਮਾਨੇ 'ਚ ਨਾ ਬੱਚੇ ਖਿੱਦੋ ਖੁੰਡੀ ਖੇਡਦੇ ਹੁੰਦੇ ਸੀ। ਅੱਜ ਕੱਲ੍ਹ ਤੇ ਰੈਡੀਮੇਡ ਬਾਲ ਆ ਗਈਆਂ, ਗੇਂਦਾਂ ਆ ਗਈਆਂ। ਪਹਿਲਾਂ ਕੀ ਹੁੰਦਾ ਸੀ ਵੀ ਉਹ ਲੀਰ ਦੇ ਉੱਤੇ ਲੀਰ, ਲੀਰ ਦੇ ਉੱਤੇ ਲੀਰ, ਕੱਪੜੇ ਦੇ ਉੱਤੇ ਕੱਪੜਾ, ਕੱਪੜੇ ਦੇ ਉੱਤੇ ਕੱਪੜਾ, ਉਹ ਖਿੱਦੋ ਬਣਾਈ ਜਾਂਦੀ ਸੀ। ਉਹਨੂੰ ਖਿੱਦੋ ਕਹਿੰਦੇ ਸੀ ਗੇਂਦ ਨੂੰ। ਤੇ ਜਦੋਂ ਖੁੱਲ ਜਾਂਦੀ ਸੀ ਲੀਰਾਂ ਹੀ ਲੀਰਾਂ ਹੁੰਦੀਆਂ ਸੀ ਵਿੱਚ, ਬਾਕੀ ਕੁਝ ਵੀ ਨਹੀਂ ਸੀ ਹੁੰਦਾ। ਇਹ ਜਿਹੜਾ ਸਾਡਾ ਗੱਲਾਂ ਕਰਨ ਦਾ ਪੱਖ ਵੀ ਹੈ ਨਾ, ਇਹ ਪੁਰਾਣੀ ਖਿੱਦੋ ਵਰਗਾ ਹੀ ਹੈ, ਲੀਰਾਂ ਹੀ ਲੀਰਾਂ ਨੇ, ਬਾਕੀ ਕੁਝ ਨਹੀਂ ਹੈਗਾ। ਖੇਤ 'ਚ ਸੰਸਕਾਰ ਕਰਨਾ ਹੈ ਬਾਪੂ ਦਾ, ਤੇ ਪੁੱਛੋ ਵੀ ਕਿਹੜੇ ਖੇਤ 'ਚ ਕਰਨਾ ਹੈ? ਫਿਰ ਕਿੱਲੇ ਦੇ ਵਿਚਕਾਰ ਕਿੱਥੇ ਕਰਨਾ ਹੈ? ਨਾ, ਸਾਰੀ ਜ਼ਮੀਨ ਦੇ ਗੁੱਠ ਤੇ ਕਰਨਾ ਹੈ।
ਉਹ ਨਹੀਂ ਚਾਹੁੰਦੇ ਵੀ ਸਾਡੀ ਜ਼ਮੀਨ ਖਰਾਬ ਹੋਵੇ। ਲੋਕਾਂ ਨੂੰ ਕਹਿ ਵੀ ਦਿੱਤਾ ਵੀ ਖੇਤਾਂ 'ਚ ਕੀਤਾ ਜੀ, ਤੇ ਖੇਤਾਂ 'ਚ ਵੀ ਇੱਕ ਨੁੱਕਰ 'ਚ ਹੀ ਕਰਨਾ ਹੈ। ਉਹ ਵੀ ਥੋੜ੍ਹਾ ਜਿਹਾ ਚਿਰ ਢੇਰੀ ਜੀ ਬਣਾ ਛੱਡਣਗੇ, ਮੁੜ ਕੇ ਹੌਲੀ 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 ਉਹ ਵੀ ਰਲ ਜਾਏਗੀ ਨਾਲ। ਇਹਨਾਂ ਗੱਲਾਂ 'ਚ ਕੋਈ ਦਮ ਨਹੀਂ ਹੈਗਾ, ਇਹਨਾਂ ਗੱਲਾਂ ਦਾ ਕੋਈ ਅਰਥ ਨਹੀਂ ਹੈਗਾ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਏਕ ਪਲਕ ਮੈਂ ਕਰੇ ਨਿਹਾਲ, ਕੋਟ ਜਨਮ ਕੋ ਕਾਟੇ ਕਾਲ। ਗੁਰੂ ਅਮਰਦਾਸ ਅੱਖ ਚਮਕਣ ਜਿੰਨੇ ਸਮੇਂ ਵਿੱਚ ਨਿਹਾਲ ਕਰਦੇ ਨੇ, ਆਵਾਗਮਨ ਦੇ ਜਮਨ ਮਰਨ ਦੇ ਚੱਕਰ ਕੱਟਦੇ ਨੇ। ਹਾਂਜੀ, ਅਲਪ ਸੇਵਤੇ ਪਰਮ ਪ੍ਰਸੰਨ, ਕਰਤ ਸੁਰਨ ਤੇ ਪੀ ਵੱਡ ਧਨ। ਅਲਪ ਸੇਵ ਤੇ ਪਰਮ ਪ੍ਰਸੰਨ। ਵੇਖੋ ਗੁਰੂ ਦੀ ਵਡਿਆਈ ਕੀ ਹੈ। ਥੋੜੀ ਜੀ ਸੇਵਾ ਤੋਂ ਗੁਰੂ ਖੁਸ਼ ਹੋ ਜਾਂਦਾ ਹੈ, ਥੋੜੀ ਜੀ ਸੇਵਾ। ਫਿਰ ਕਰਤ ਸੁਰਨ ਤੇ ਭੀ ਵੱਡ ਧਨ। ਤੇ ਜਦੋਂ ਦਾਤਾਂ ਦਿੰਦਾ ਹੈ, ਕੋਈ ਦੁਨੀਆ ਦਾ ਦੇਵੀ ਦੇਵਤਾ ਇੰਨੀਆਂ ਦਾਤਾਂ ਨਹੀਂ ਦੇ ਸਕਦਾ। ਭਾਈ ਗੁਰਦਾਸ ਕਹਿੰਦੇ ਨੇ, ਸਤਿਗੁਰ ਤੁਲ ਨਾ ਮਿਹਰਬਾਨ, ਮਾਤ ਪਿਤਾ ਨਾ ਦੇਵ ਸਬਾਏ। ਜਿੱਡਾ ਵੱਡਾ ਮਿਹਰਬਾਨ ਗੁਰੂ ਹੈ, ਨਾ ਮਾਂ ਹੋ ਸਕਦੀ ਹੈ, ਨਾ ਪਿਓ ਹੋ ਸਕਦਾ ਹੈ, ਨਾ ਹੀ ਕੋਈ ਦੁਨੀਆ ਦਾ ਦੇਵੀ ਦੇਵਤਾ ਹੋ ਸਕਦਾ ਹੈ। ਹਾਂਜੀ, ਹਮ ਤੇ ਹੋਵੈ ਸਿੱਖ ਪਸਚਾਤੀ, ਤਿਨ ਕੀ ਪ੍ਰੀਤ ਅਗਾਊ ਜਾਤੀ। ਹਮ ਤੇ ਹੋਵੇਂ ਸਿੱਖ ਪਛਾਤੀ। ਜਿਹੜੇ ਸਾਡੇ ਤੋਂ ਬਾਅਦ ਸਿੱਖ ਹੋਣਗੇ, ਤਿਨ ਕੀ ਪ੍ਰੀਤ ਅਗਾਊ ਜਾਤੀ। ਸੱਚੇ ਪਾਤਸ਼ਾਹ ਨੇ ਉਹਨਾਂ ਦੀ ਪ੍ਰੀਤ ਨੂੰ ਅਗਾਊਂ ਜਾਣ ਲਿਆ। ਸਤਿਗੁਰੂ ਜਾਣਦੇ ਨੇ ਆਉਣ ਵਾਲੇ ਸਿੱਖ ਕਿੰਨੀ ਕੁ ਭਾਉ ਭਾਵਨੀ ਵਾਲੇ ਹੋਣਗੇ। ਹਾਂਜੀ, ਪ੍ਰਾਪਤ ਹੋਏ ਕਲਿਆਣ ਮਹਾਨ, ਤਿਨ ਹਿਤ ਬਾਪੀ ਰਚੀ ਸੁਜਾਨ। ਇਹ ਬਾਪੀ ਤਾਂ ਉਹਨਾਂ ਵਾਸਤੇ ਬਣੀ ਹੈ ਜਿਹੜੇ ਅੱਗੋਂ ਸਿੱਖ ਆਉਣਗੇ। ਕਦੋਂ ਗੁਰੂ ਅਮਰਦਾਸ ਹੋਏ, ਕਿੰਨੇ 100 ਸਾਲ ਬੀਤ ਗਏ। ਅੱਜ ਵੀ ਸੰਗਤ ਜਾਂਦੀ ਹੈ, ਉੱਥੇ ਜਾ ਕੇ ਇਸ਼ਨਾਨ ਕਰਦੀ ਹੈ, ਸੰਗਤ ਦਾ ਭਲਾ ਹੁੰਦਾ ਹੈ, ਆਵਾਗਮਨ ਮਿਟਦੇ ਨੇ। ਹਾਂਜੀ, ਚੌਂ ਜੁਗ ਮੈਂ ਗੁਰ ਸਮ ਉਪਕਾਰੀ, ਸੁਣਿਓ ਨਹੀਂ ਨਹਿ ਕਿਨੋ ਉਚਾਰੀ। ਗੁਰੂ ਵਰਗਾ ਪਰ ਉਪਕਾਰੀ ਸੰਸਾਰ ਵਿੱਚ ਕੋਈ ਨਹੀਂ ਹੋ ਸਕਦਾ। ਜਿੰਨੇ ਪਰਉਪਕਾਰ ਗੁਰੂ ਕਰਦਾ ਹੈ, ਕੋਈ ਨਹੀਂ ਕਰ ਸਕਦਾ। ਬਸ ਪਰਉਪਕਾਰ ਦੇ ਅਰਥ ਸਮਝ ਆ ਜਾਣਗੇ, ਅਗਲੀ ਗੱਲ ਆਪੇ ਸਮਝ ਆ ਜਾਏਗੀ। ਇੱਕ ਹੁੰਦਾ ਹੈ ਉਪਕਾਰ। ਉਪਕਾਰ ਹੁੰਦਾ ਹੈ ਭਲਾ। ਕਿਸੇ ਨੂੰ ਪਾਣੀ ਦੇ ਦਿਓ, ਕਿਸੇ ਨੂੰ ਰੋਟੀ ਦੇ ਦਿਓ, ਕਿਸੇ ਨੂੰ ਮਾਇਆ ਦੇ ਦਿਓ, ਕਿਸੇ ਨੂੰ ਕੱਪੜੇ ਦੇ ਦਿਓ, ਇਹ ਉਪਕਾਰ ਹੈ। ਤੇ ਪਰਉਪਕਾਰ ਕੀ ਹੈ? ਇਹ ਪਾਣੀ, ਇਹ ਰੋਟੀ, ਇਹ ਪੈਸੇ, ਇਹ ਕੱਪੜੇ ਉਹਨਾਂ ਨੂੰ ਦਿਓ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ। ਪਾਕਿਸਤਾਨ ਦੇ ਵਿੱਚ ਇਸ 1-2 ਹਫ਼ਤਿਆਂ ਦੇ ਵਿੱਚ 2 ਬੱਚੀਆਂ ਦਾ ਅਪਹਰਣ ਹੋਇਆ। 2 ਸਿੱਖ ਬੱਚੀਆਂ ਨੂੰ ਕਿਡਨੈਪ ਕੀਤਾ ਗਿਆ। ਇੱਕ ਬੱਚੀ ਤਾਂ ਸ਼ਾਇਦ ਟੀਚਰ ਸੀ, ਜਬਰੀ ਉਹਨਾਂ ਦੇ ਨਕਾਬ ਵੀ ਪੜ੍ਹ ਦਿੱਤੇ ਗਏ। ਤੇ ਅੱਜ ਮੈਂ ਵੀਡੀਓ ਵੇਖ ਰਿਹਾ ਸੀ, ਉਹਦੇ ਬਾਵਜੂਦ ਸਿੱਖ ਪਹੁੰਚੇ ਹੋਏ ਨੇ ਲੰਗਰ ਵੰਡਣ ਵਾਸਤੇ। ਹੁਣ ਬੁਰਾ ਕਰਨਾ ਇਹ ਉਹਨਾਂ ਦਾ ਕਰਮ ਹੈ, ਭਲਾ ਕਰਨਾ ਇਹ ਸਾਡਾ ਕਰਮ ਹੈ। ਹੁਣ ਇਹ ਗੁਰੂ ਦਾ ਉਪਦੇਸ਼ ਹੈ, ਕਬੀਰ ਸੰਤ ਨਾ ਛੋੜੈ ਸੰਤਈ, ਜੋ ਕੋਟਕ ਮਿਲੇ ਅਸੰਤ। ਸਾਨੂੰ ਹਰ ਧਰਮ ਦਾ ਸਨਮਾਨ ਕਰਨਾ ਚਾਹੀਦਾ, ਹਰ ਧਰਮ ਦੀ ਇੱਜ਼ਤ ਕਰਨੀ ਚਾਹੀਦੀ ਹੈ। ਇਹ ਜਿਹੜਾ ਪਾਠ ਅਸੀਂ ਪੜ੍ਹਦੇ ਹਾਂ ਨਾ, ਕਿ ਮੈਂ ਸਾਰਿਆਂ ਨੂੰ ਹਿੰਦੂ ਬਣਾਉਣਾ ਹੈ ਜੀ,
मैं सारिਆਂ ਨੂੰ ਮੁਸਲਮਾਨ ਬਣਾਉਣਾ है जी। ਸਾਨੂੰ ਇੱਕ ਵਾਰੀ औरंगजेब ਦਾ ਇਤਿਹਾਸ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ। ਇਸ ਤੋਂ ਜ਼ੁਲਮੀ ਰਾਜਾ ਧਰਤੀ ਤੇ ਕੋਈ ਨਹੀਂ ਹੋ ਸਕਦਾ। ਦੱਖਣ ਤੋਂ ਤੁਰਿਆ, ਆਪਣੇ ਇੱਕ ਭਰਾ ਨੂੰ ਕਹਿੰਦਾ ਵੀ ਵੇਖ, ਤੂੰ ਤੇ ਮੈਨੂੰ ਜਾਣਦਾ ਹੈ, ਮੈਂ ਰਾਜਕੁਮਾਰ ਹਾਂ, ਸ਼ਹਿਜ਼ਾਦਾ ਹਾਂ, ਮੈਂ ਸ਼ਾਹਜਹਾਨ ਦਾ ਪੁੱਤਰ ਹਾਂ, ਪਰ ਤੂੰ ਕਦੇ ਮੈਨੂੰ ਸ਼ਹਿਜ਼ਾਦਿਆਂ ਵਾਲੇ ਪਾਏ ਕੱਪੜੇ ਵੇਖੇ? ਉਹ ਕਹਿੰਦਾ ਵੀ ਨਹੀਂ ਵੀਰ, ਮੈਂ ਤੇ ਕਦੇ ਨਹੀਂ ਵੇਖੇ। ਕਹਿੰਦਾ ਮੇਰਾ ਤਾਂ ਰਿਸ਼ਤਾ ਹੀ ਅੱਲਾਹ ਤਾਲਾ ਨਾਲ ਹੈ, ਮੈਂ ਤੇ ਮੱਕੇ ਚਲੇ ਜਾਣਾ ਹੈ, ਬਸ ਉੱਥੇ ਜਾ ਕੇ ਅੱਲਾਹ ਤਾਲਾ ਦੀ ਭਗਤੀ ਕਰਨੀ ਹੈ, ਨਮਾਜ਼ਾਂ ਪੜਾਂਗੇ, ਰੋਜ਼ੇ ਰੱਖਾਂਗੇ, ਤੇ ਜੇ ਤੂੰ ਕਵੇਂ ਤੇ ਮੈਂ ਤੇਰੀ ਮਦਦ ਕਰਾਂ, ਤੈਨੂੰ ਦਿੱਲੀ ਦਾ ਬਾਦਸ਼ਾਹ ਬਣਾ ਦਿਆਂ। ਹੁਣ ਇਹ ਜਿਹੜੀ ਮੁਫਤ ਖੋਰੀ ਹੈ ਨਾ, ਇਹ ਸਾਡੇ ਮੂੰਹ 'ਚ ਪਾਣੀ ਬੜੀ ਛੇਤੀ ਲਿਆਉਂਦੀ ਹੈ। ਅੱਜ ਵੀ ਸਰਕਾਰਾਂ ਇਹੋ ਕੰਮ ਹੀ ਕਰਦੀਆਂ ਨੇ। ਤੁਹਾਨੂੰ ਆਹ ਫ੍ਰੀ ਦਿੱਤਾ ਜਾਏਗਾ, ਤੁਹਾਨੂੰ ਉਹ ਫ੍ਰੀ ਦਿੱਤਾ ਜਾਏਗਾ। ਇਹਨਾਂ ਨੂੰ ਕਹੋ ਵੀ ਜੇ ਸਾਨੂੰ ਫ੍ਰੀ ਦੇਣ ਤੇ ਆਏ ਤੇ ਪੇਸਟ ਦਿਓ ਫ੍ਰੀ। ਰੋਜ਼ ਸਵੇਰੇ ਉੱਠ ਕੇ ਦੰਦ ਸਾਫ਼ ਕਰਨੇ ਹੁੰਦੇ ਨੇ। ਹੁਣ ਤੁਸੀਂ ਵੇਖਿਓ ਪੇਸਟ ਦੀ ਡੱਬੀ ਦੇ ਉੱਤੇ ਪੇਸਟ ਕਿੰਨੇ ਦੀ ਹੈ, ਉਹਦੇ ਤੇ ਸੇਲ ਟੈਕਸ ਕਿੰਨੇ ਨੇ, GST ਕਿੰਨੀ ਹੈ, ਉਹਦੇ ਤੇ ਆਹ ਖਰਚੇ, ਉਹਦੇ ਤੇ ਉਹ ਖਰਚੇ, ਉਹਦੇ ਤੇ ਉਹ ਖਰਚੇ। ਜਿਹੜਾ ਬੁਰਸ਼ ਵੀ ਤੁਸੀਂ ਸਵੇਰੇ ਉੱਠ ਕੇ ਮੂੰਹ 'ਚ ਪਾਉਂਦੇ ਹੋ, ਉਹਦੇ ਤੇ ਵੀ ਟੈਕਸ ਹੈ। ਜਿਹੜਾ ਸਾਬਣ ਤੁਸੀਂ ਲਾਉਂਦੇ ਹੋ, ਉਹਦੇ ਤੇ ਵੀ ਟੈਕਸ ਹੈ। ਜਿਹੜੀ ਤੁਸੀਂ ਰੇਲ ਗੱਡੀ ਦੀ, ਬੱਸ ਦੀ ਟਿਕਟ ਲੈਂਦੇ ਹੋ, ਟਿਕਟ ਦੇ ਉੱਤੇ ਫਿਰ ਟੈਕਸ ਹੈ। ਜਿਹੜੀ ਤੁਹਾਡੇ ਘਰ ਬਿਜਲੀ ਬਲਦੀ ਹੈ, ਬਿਜਲੀ ਦਾ ਬਿੱਲ ਹੈ, ਬਿੱਲ ਦੇ ਉੱਤੇ ਫਿਰ ਟੈਕਸ ਹੈ। ਤੇ ਫ੍ਰੀ ਕੀ ਹੈ? ਮੈਂ ਆਪ ਜੀ ਨੂੰ ਦੱਸਿਆ ਸੀ ਵੀ ਮੈਂ ਇੱਕ ਵਾਰੀ ਨਾ ਟੈਲੀਫੋਨ ਜਿਹੜੀ ਸਰਵਿਸ ਪ੍ਰੋਵਾਈਡਰ ਜਿਹੜੀ ਕੰਪਨੀ ਸੀ ਮੇਰੀ, ਮੈਂ ਉਹਨਾਂ ਦੇ ਕਸਟਮਰ ਕੇਅਰ 'ਚ ਫੋਨ ਲਾ ਲਿਆ। ਫੋਨ ਅੱਗੋਂ ਚੁੱਕਿਆ ਲੜਕੀ ਨੇ। ਮੈਂ ਉਹਨੂੰ ਪੁੱਛਣ ਲੱਗ ਗਿਆ ਵੀ ਹੁਣ ਤੇ ਫੋਨ ਫ੍ਰੀ ਵਰਗਾ ਹੀ ਹੈ। ਉਦੋਂ ਮੇਰੇ ਵਰਗੇ ਦੇ ਫੋਨ ਦਾ ਬਿੱਲ 4-5 ਹਜ਼ਾਰ ਰੁਪਈਆ ਮਹੀਨਾ ਆਉਂਦਾ ਸੀ। ਕਈਆਂ ਦੇ ਤਾਂ 15-15, 20 ਹਜ਼ਾਰ ਬਿੱਲ ਆਉਂਦੇ ਸੀ ਮੋਬਾਈਲ ਦੇ। ਹੁਣ ਜਿਹਨੂੰ ਵਾਪਸ ਕਾਲ ਨਹੀਂ ਕਰੋਗੇ ਉਹ ਗੁੱਸਾ ਕਰੇਗਾ ਕਿ ਵਾਪਸ ਕਾਲ ਵੀ ਨਹੀਂ ਕੀਤੀ ਗਈ। ਉਦੋਂ ਸੁਣਨ ਦੇ ਵੀ ਪੈਸੇ, ਕਰਨ ਦੇ ਵੀ ਪੈਸੇ। ਉਹ ਮੈਨੂੰ ਬੱਚੀ ਦੱਸਦੀ ਰਹੀ, ਇਹ ਪਲਾਨ ਹੈ, ਇਹ ਪਲਾਨ ਹੈ, ਇਹ ਪਲਾਨ ਹੈ, ਇਹ ਇੰਨੇ ਦਾ ਹੈ, ਇਹ ਇੰਨੇ ਦਾ ਹੈ। ਤੇ ਮੇਰੇ ਮੂੰਹ 'ਚੋਂ ਨਿਕਲ ਗਿਆ। ਮੈਂ ਕਿਹਾ ਵੀ ਕੋਈ ਮੁਫਤ ਵੀ ਹੈਗਾ? ਤੋ ਹਿੰਦੀ ਬੋਲਦੀ ਕੁੜੀ ਪੰਜਾਬੀ ਤੇ ਆ ਗਈ, ਕਹਿੰਦੀ ਬਾਬਾ ਜੀ ਜਿੱਥੇ ਤੁਸੀਂ ਬੈਠੇ ਹੋ ਇੱਥੇ ਲੰਗਰ ਫ੍ਰੀ ਹੈ। ਮੈਂ ਕਿਹਾ ਤੈਨੂੰ ਕਿੱਦਾਂ ਪਤਾ ਹੈ? ਕਹਿੰਦੀ ਮੈਂ ਤੁਹਾਡੀ ਉਹ ਪ੍ਰੋਫਾਈਲ ਖੋਲੀ ਹੈ ਤੇ ਤੁਹਾਡਾ ਐਡਰੈਸ ਗੁਰਦੁਆਰੇ ਦਾ ਹੈ। ਫ੍ਰੀ ਤਾਂ ਗੁਰਦੁਆਰੇ ਦਾ ਲੰਗਰ ਹੀ, ਬਾਕੀ ਕੁਝ ਦੁਨੀਆ 'ਚ ਫ੍ਰੀ ਨਹੀਂ ਹੈ। ਆ ਜਿਹੜਾ ਤੁਸੀਂ ਬੱਸਾਂ ਤੇ ਫ੍ਰੀ ਚੜ੍ਹੇ ਫਿਰਦੇ ਹੋ, ਇਹ ਫ੍ਰੀ ਹੈ? ਪੁੱਛੋ ਇਹਨਾਂ ਨੇਤਾਵਾਂ ਦੇ ਵਿੱਚੋਂ ਵੀ ਇਹਦੇ 'ਚ ਕਿਹਦਾ ਪਿਓ ਤੇਲ ਪਾਉਂਦਾ ਬੱਸਾਂ 'ਚ? ਇਹ ਬੱਸਾਂ ਤੁਹਾਡੇ ਟੈਕਸ ਨਾਲ ਚੱਲਦੀਆਂ ਨੇ। ਇਹ ਸਾਡੀਆਂ ਹੀ ਜੁੱਤੀਆਂ ਘੁਮਾ ਕੇ ਸਾਡੇ ਸਿਰ 'ਚ ਮਾਰਦੇ ਨੇ ਲੋਕ। ਜਿਹੜੀਆਂ ਸਾਡੇ ਪੈਰਾਂ 'ਚ ਪੈਣੀਆਂ ਚਾਹੀਦੀਆਂ ਸੀ, ਉਹ ਸਾਡੇ ਸਿਰ 'ਚ ਮਾਰੀਆਂ ਜਾਂਦੀਆਂ ਨੇ। ਪਹਿਲਾਂ ਸਾਨੂੰ ਸ਼ਰਾਬ ਪਿਆਈ ਜਾਂਦੀ ਹੈ ਯਾਰ, ਉਹਦੇ ਤੋਂ ਹਜ਼ਾਰਾਂ ਕਰੋੜ ਰੁਪਈਆ ਕਮਾਇਆ ਜਾਂਦਾ ਹੈ। ਉਹਦੇ ਬਦਲੇ ਵਿੱਚ ਸਾਨੂੰ ਫ੍ਰੀ ਬੱਸ ਦਿੱਤੀ ਜਾਂਦੀ ਹੈ। ਸਾਨੂੰ ਨਹੀਂ ਗੱਲ ਸਮਝ ਆ ਰਹੀ। ਤੋ ਜਦੋਂ ਇਸ ਕਥਾ ਨੂੰ ਸੁਣਨਾ ਹੈ ਤਾਂ ਫਿਰ ਇਹ ਚੇਤਾ ਰੱਖਣਾ ਕਿ ਚੌ ਯੁਗ ਮੈਂ ਗੁਰ ਸਮ ਉਪਕਾਰੀ।
ਗੁਰੂ ਵਰਗਾ ਪਰ ਉਪਕਾਰੀ ਕੋਈ ਨਹੀਂ ਮਿਲੇਗਾ। ਕਹਿੰਦੇ ਨੇ ਲੋਕ ਅਸੀਂ ਭਲਾ ਕਰਦੇ ਆ, ਪਰ ਸਭ ਅੰਨੇ ਨੇ, ਰੇਵੜੀਆਂ ਘਰਦਿਆਂ ਨੂੰ ਹੀ ਵੰਡਦੇ ਨੇ। ਕੋਈ ਬਗਾਨੇ ਨੂੰ ਵੰਡੇ ਤੇ ਪਤਾ ਲੱਗੇ ਨਾ। ਤੁਸੀਂ ਇਹ ਜਦੋਂ ਨੌਕਰੀਆਂ ਦਿੰਦੇ ਨੇ ਨਾ ਲੋਕ, ਤੁਸੀਂ ਉਹਦੀ ਪੜਤਾਲ ਕਰਿਓ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਆਪਣੇ ਪਾਰਟੀ ਵਰਕਰਾਂ ਨੂੰ ਉੱਥੇ ਐਡਜਸਟ ਕਰਦੇ ਨੇ, ਘੁਮਾ ਕੇ ਲਿਆ ਕੇ। ਜਿਹੜੇ ਬੱਚਿਆਂ ਦੀ ਪ੍ਰੋਫਾਈਲ ਹੁੰਦੀ ਹੈ, ਜਿਹੜੇ ਬੱਚਿਆਂ ਦੀ ਮੈਰਿਟ ਹੁੰਦੀ ਹੈ, ਉਹਨਾਂ ਬੱਚਿਆਂ ਨੂੰ ਕੌਣ ਅਟੈਂਡ ਕਰਦਾ ਹੈ? ਤੇ ਪਰਉਪਕਾਰ ਕਿਹਨੂੰ ਕਹਿੰਦੇ ਨੇ? ਤਰਫਦਾਰੀ ਨੂੰ, ਹੇਰਾਫੇਰੀ ਨੂੰ, ਚੋਰ ਬਜ਼ਾਰੀ ਨੂੰ, ਧੜੇਬਾਜ਼ੀ ਨੂੰ ਨਾ ਭਾਈ। ਗੁਰੂ ਅਮਰਦਾਸ ਵਰਗਾ ਪਰ ਉਪਕਾਰੀ ਧਰਤੀ ਤੇ ਕੋਈ ਨਹੀਂ ਹੈਗਾ। ਅੱਗੇ ਜਾ ਕੇ ਵੇਖਿਓ, ਗੁਰਿਆਈ ਦੇਣੀ ਹੈ, ਨਾ ਪੁੱਤਰ ਮੋਹਣ ਨੂੰ ਦਿੱਤੀ, ਨਾ ਪੁੱਤਰ ਮੋਰੀ ਨੂੰ ਦਿੱਤੀ। ਇੱਥੇ ਹਰ ਚੀਜ਼ ਆਪਣੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਹਾਂਜੀ। ਅਸ ਗੁਰ ਕੋ ਸਿਮਰੈ ਜੇ ਨਾਹੀ, ਤਿਨ ਸਮ ਟੂਟਾ ਨਹਿ ਜਗ ਮਾਹੀ। ਇਹੋ ਜਿਹਾ ਪਰ ਉਪਕਾਰੀ ਗੁਰੂ ਅਮਰਦਾਸ ਜੀ ਵਰਗਾ। ਤੇ ਜਿਹੜਾ ਗੁਰੂ ਅਮਰਦਾਸ ਜੀ ਦਾ ਸਿਮਰਨ ਨਾ ਕਰੇ, ਕਿ ਉਹਦੀ ਵੀ ਦੁਨੀਆ ਵਿੱਚ ਪੂਰੀ ਪੈ ਸਕਦੀ ਹੈ? ਉਹ ਭਾਈ ਮਾੜੇ ਨੂੰ ਮਾੜਾ ਕਹਿੰਦੇ ਆ, ਤੁਸੀਂ ਆਪਣੀ ਨੀਂਦ ਗਵਾ ਲੈਂਦੇ ਹੋ। ਚੰਗੀ ਗੱਲ ਕਰਿਓ, ਪਤਾ ਬੰਦਾ ਅੱਗੋਂ ਕੀ ਕਵੇਗਾ, ਵੀਰ ਜੀ ਸਵੇਰੇ ਕਰਾਂਗੇ। ਤੁਸੀਂ ਸ਼ੁਰੂ ਕਰ ਲਿਓ ਮਾੜੀ ਗੱਲ, ਤੇ ਕਰਕੇ ਫਿਰ ਪਤਾ ਕੀ ਕਿਓ, ਯਾਰ ਨੀਂਦ ਜੀ ਆਉਂਦੀ ਹੈ। ਉਹਨੇ ਕਹਿਣਾ ਨਾ ਭਰਾ, 10 ਮਿੰਟਾਂ ਬਾਅਦ ਸੌਂ ਜੀ। ਹਾਂ, ਇੱਥੇ ਗੁਰਦੁਆਰੇ ਹੁਣੇ ਨਿਕਲੋਗੇ ਨਾ, ਐਵੇਂ ਕਿਸੇ ਬੰਦੇ ਨੂੰ ਕਹਿ ਦਿਓ, ਆਪਣੇ ਰਿਸ਼ਤੇਦਾਰ ਨੂੰ, ਮਿੱਤਰ ਨੂੰ, ਯਾਰ ਮੈਂ ਤੈਨੂੰ ਉਹਦੀ ਇੱਕ ਗੱਲ ਦੱਸਣੀ ਹੈ, ਚੱਲ ਮੈਂ ਤੈਨੂੰ ਫੋਨ ਕਰਦਾ। ਹੁਣ ਤੁਸੀਂ ਨਾ ਕਰਿਓ, ਤੁਹਾਡੇ ਸੌਣ ਤੋਂ ਪਹਿਲਾਂ 10 ਵਾਰੀ ਫੋਨ ਆਏਗਾ, ਯਾਰ ਦੱਸੀ ਨਹੀਂ। ਅਗਲੇ ਦਿਨ ਫਿਰ ਇਦਾਂ ਹੀ ਕਰਿਓ। ਜਦੋਂ ਬਾਹਰ ਨਿਕਲੋ, ਉਹਨੂੰ ਕਹਿਣਾ ਵੀ ਸਵੇਰੇ ਨਾ ਕੀਰਤਨ ਦਰਬਾਰ ਹੈ, ਉੱਥੇ ਨਗਰ ਕੀਰਤਨ ਹੈ, ਉੱਥੇ ਲੰਗਰ ਹੈ, ਉੱਥੇ ਸੇਵਾ ਹੈ, ਤੇ ਮੈਂ ਤੈਨੂੰ ਫੋਨ ਕਰਦਾ ਤੇ ਆਪਾਂ ਚੱਲਾਂਗੇ। ਉਹਨੇ ਤੇ ਤੁਹਾਨੂੰ ਕੀ ਕਰਨਾ, ਜੇ ਤੁਸੀਂ ਕੀਤਾ ਨਾ, ਮੁੜ ਕੇ ਚੁੱਕਣਾ ਵੀ ਕੋਈ ਨਹੀਂ। ਚੰਗੀ ਗੱਲ ਕੋਈ ਨਹੀਂ ਸੁਣਦਾ, ਤੇ ਮਾੜੀ ਗੱਲ ਸੁਣਨ ਤੋਂ ਪਹਿਲਾਂ ਸੌਂਦਾ ਹੀ ਕੋਈ ਨਹੀਂ। ਉਹਨੇ ਤੁਹਾਡੀ ਜਾਨ ਖਾ ਲੈਣੀ, ਤੁਹਾਡੀ ਘਰ ਵਾਲੀ ਸੁੱਤੀ ਠਾ ਲੈਣੀ। ਭੈਣ ਜੀ ਇਹ ਗੱਲ ਕਰਾਇਓ ਭਰਾ ਜੀ ਨਾਲ, ਪਤਾ ਨਹੀਂ ਕਹਿੰਦੇ ਸੀ ਕੋਈ ਜ਼ਰੂਰੀ ਗੱਲ ਹੈ। ਤੇ ਫਿਰ ਉਹ ਭਰਾ ਜੀ ਨੂੰ ਪੁੱਛ ਲਿਓ ਵੀ ਮਹਾਰਾਜ ਮੈਨੂੰ ਵੀ ਸੁੱਤਿਆਂ ਠਾਇਆ, ਜੇ ਆਪ ਵੀ ਉੱਠੇ ਹੋ, ਕਿਹੜੀ ਗੱਲ ਸੀ? ਫਿਰ ਪਤਾ ਲੱਗੇਗਾ ਵੀ ਕੋਈ ਭੈੜੀ ਗੱਲ ਸੀ। ਗੁਰੂ ਅਮਰਦਾਸ ਮਹਾਰਾਜ ਨੂੰ ਜਿਹੜਾ ਨਾ ਸਿਮਰੇ, ਉਹਦੀ ਕਦੇ ਤੋਟ ਪੂਰੀ ਨਹੀਂ ਹੋ ਸਕਦੀ। ਜੇ ਤੁਸੀਂ ਚਾਹੁੰਦੇ ਹੋ ਤਾਂ ਫਿਰ ਇਹ ਚੇਤਾ ਰੱਖਣਾ, ਜਾਲ ਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿਠੈ ਮਿਲੈ। ਇੱਕ ਵਾਰੀ ਗੁਰੂ ਅਮਰਦਾਸ ਦੇ ਦਰਸ਼ਨ ਕਰ ਲਓ, ਤੁਹਾਡੀਆਂ ਤੇ ਝੋਲੀਆਂ ਭਰ ਜਾਣਗੀਆਂ। ਹਾਂਜੀ। ਘਰੈ ਬਾਪ ਕਾ ਟਹਿਲ ਵਿਸਾਲਾ, ਧਰੈ ਚੌਪ ਚਿਤ ਜੇ ਸਿੱਖ ਜਾਲਾ। ਸਿੱਖ ਆਉਂਦੇ ਨੇ, ਚਾਉ ਨਾਲ ਆ ਕੇ ਬੌਲੀ ਸਾਹਿਬ ਦੀ ਸੇਵਾ ਕਰਦੇ ਨੇ, ਬਾਣੀ ਪੜ੍ਹਦੇ ਨੇ, ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਪਰਸਦੇ ਨੇ। ਹਾਂਜੀ। ਬਹੁਤ ਨਰਨ ਕੀ ਹੋਏ ਨਿਤ ਪੀਰ, ਦੇਗ ਬਿਖੈ ਅਚ ਭੋਜਨ ਨੀਰ। ਬਹੁਤ ਵੱਡੀ ਭੀੜ ਰੋਜ਼ ਜੁੜਦੀ ਹੈ, ਬਹੁਤ ਵੱਡੀ ਮਿਕਦਾਰ ਦੇ ਵਿੱਚ, ਗਿਣਤੀ ਦੇ ਵਿੱਚ ਗੁਰੂ ਕੇ ਲੰਗਰ ਤਿਆਰ ਹੁੰਦੇ, ਅਤੁੱਟ ਵਰਤਦੇ ਨੇ। ਹਾਂਜੀ। ਪਾਕ ਸਿੱਧ ਸਿੱਖ ਬਹੁਤੇ ਕਰੈ, ਅੰਨ ਅਨੇਕ ਆਨ ਕਰ ਤਰੈ। ਲੰਗਰ ਪਕਾਉਣ ਵਾਲੇ ਵੀ ਸੈਂਕੜੇ ਨੇ, ਖਾਣ ਵਾਲੇ ਹਜ਼ਾਰਾਂ ਨੇ। ਹਾਂਜੀ।
ਪ੍ਰਾਤ ਹੀਤ ਨਿਸ ਰਖੈ ਨਾਹੀ, ਲੇਹ ਤਿਤਕ ਜੇਤਕ ਨਰ ਖਾਹੀ। ਅੰਨ ਅਨੇਕ ਆਣ ਕਰ ਧਰੈ। ਬੜੇ ਸਾਰੇ ਲੋਕ ਘਰੋਂ ਆਟਾ, ਦਾਲਾਂ, ਕਣਕ, ਚਾਵਲ, ਘਿਓ ਲਿਆ ਕੇ ਲੰਗਰ ਵਿੱਚ ਰੱਖਦੇ ਨੇ, ਜਿੱਥੇ ਲੰਗਰ ਤਿਆਰ ਹੁੰਦਾ ਹੈ। ਫਿਰ ਰਾਤ ਨੂੰ ਬਚਾਇਆ ਨਹੀਂ ਜਾਂਦਾ ਸਵੇਰ ਵਾਸਤੇ। ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੀ ਇਹ ਮਰਿਆਦਾ ਹੈ ਕਿ ਰਾਤ ਨੂੰ ਲੰਗਰ ਬਚਾਉਣਾ ਨਹੀਂ ਚਾਹੀਦਾ। ਔਰ ਇਹ ਵੀ ਚੇਤਾ ਰੱਖਣਾ, ਮਨੁੱਖ ਤੋਂ ਬਗੈਰ ਕੋਈ ਪ੍ਰਕਿਰਤੀ ਵਿੱਚ ਜੀਵ ਜੰਤੂ ਨਹੀਂ ਜਿਹੜਾ ਰਾਤ ਨੂੰ ਫ੍ਰੀਜ਼ਰ ਵਿੱਚ ਲਾਉਂਦਾ ਹੋਵੇ, ਸਟੋਰੇਜ ਕਰਦਾ ਹੋਵੇ, ਜਮ੍ਹਾਂ ਕਰਦਾ ਹੋਵੇ, ਬਚਾ ਕੇ ਰੱਖਦਾ ਹੋਵੇ। ਇੱਕ ਬੰਦਾ ਹੀ ਹੈ ਜਿਹਨੂੰ ਬਾਸਾ ਖਾਣ ਦੀ ਆਦਤ ਪਈ ਹੈ, ਰਾਤ ਦਾ ਸਵੇਰੇ ਉੱਠ ਕੇ ਖਾਂਦਾ ਹੈ। ਕੀੜੇ ਮਕੌੜੇ, ਪਸ਼ੂ ਪੰਛੀ ਸਭ ਨੂੰ ਭਰੋਸਾ ਹੈ ਵੀ ਜੇ ਸਵੇਰੇ ਦਿਨ ਚੜ੍ਹੇਗਾ ਤੇ ਅੱਲਾਹ ਤਾਲਾ ਖਾਣ ਨੂੰ ਵੀ ਦੇਵੇਗਾ। ਹੁਣ ਸਾਡੇ 'ਚ ਬੜੇ ਲੋਕ ਨੇ, ਸਿੱਖਾਂ ਨੂੰ ਤਾਂ ਮਤਲਬ ਗੱਲ ਹੀ ਹੈ ਨਾ, ਉਹ ਇੱਦਾਂ ਸਮਝਦੇ ਨੇ ਵੀ ਸਾਡਾ ਵਾਹਿਗੁਰੂ ਹੈ ਲੋਕਾਂ ਦਾ ਤੇ ਅੱਲਾ ਵੀ ਹੈ ਨਹੀਂ ਗਾ। ਸਾਡਾ ਵਾਹਿਗੁਰੂ ਵੱਡਾ ਹੈ। ਸਿੱਖ ਵਾਹਿਗੁਰੂ ਨੂੰ ਮੰਨਦੇ ਨੇ। ਮੈਂ ਬੇਨਤੀ ਕਰਾਂ, ਆਪਾਂ ਬਿਲਕੁਲ ਨਹੀਂ ਮੰਨਦੇ। ਜੇ ਮੰਨਦੇ ਹੋ ਤਾਂ ਦੂਜਾ ਬੱਚਾ ਪੈਦਾ ਕਰਕੇ ਵਿਖਾਓ। ਜੇ ਮੰਨਦੇ ਹੋ ਤੇ ਘਰ 'ਚ ਤੀਜਾ ਬੱਚਾ ਪੈਦਾ ਕਰਕੇ ਵਿਖਾਓ। ਨਹੀਂ ਗਿਆਨੀ ਜੀ, ਪਾਲੇਗਾ ਕੌਣ? ਹੁਣ ਪੁੱਛੋ ਵੀ ਰੱਬ ਨੂੰ ਮੰਨਦਾ ਕਿ ਆਪਣੇ ਆਪ ਨੂੰ ਹੀ ਮੰਨਦਾ ਸਾਰਾ ਕੁਝ? ਆਪਣੀ ਜਨਰੇਸ਼ਨ ਨੂੰ ਤੁਸੀਂ ਖਤਮ ਕਰ ਦਿੱਤਾ ਹੈ। ਇੱਕੋ ਹੀ ਬੱਚਾ ਜੰਮਣਾ ਹੈ, ਉਹੀ ਡੀਸੀ ਲਾਉਣਾ ਹੈ, ਉਹੀ ਐਸਐਸਪੀ ਲਾਉਣਾ ਹੈ, ਤੇ ਲੱਗਣਾ ਲੁੱਗਣਾ ਤੁਹਾਡੇ ਕੋਲੋਂ ਹੈ ਨਹੀਂ ਕੁਝ ਵੀ। ਮੈਂ ਫਿਰ ਬੇਨਤੀ ਕਰਾਂ, ਜਿਨ੍ਹਾਂ ਦਾ ਇੱਕ ਬੱਚਾ ਹੈ ਨਾ, ਉਹ 100 ਦੇ ਵਿੱਚੋਂ 60 ਬੰਦੇ ਜਿਹੜੇ ਨੇ, ਮੇਰਾ ਖਿਆਲ ਹੈ ਕਿ ਉਹਨਾਂ ਦਾ ਰੋਜ਼ ਹੀ ਬੀਪੀ ਘੱਟ ਵੱਧ ਜਾਂਦਾ ਹੈ। ਜੇ ਬੱਚਾ ਸਕੂਲੋਂ ਲੇਟ ਹੋ ਗਿਆ ਤਾਂ ਜਾਨ ਨਿਕਲ ਗਈ, ਜੇ ਥੋੜਾ ਜਿਹਾ ਮੱਥਾ ਤੱਤਾ ਹੋ ਗਿਆ ਤੇ ਤਾਂ ਜਾਨ ਨਿਕਲ ਗਈ, ਜੇ ਕਿਤੇ ਨੰਬਰ ਘੱਟ ਆ ਗਏ ਤੇ ਬਿਲਕੁਲ ਹੀ ਨਿਕਲ ਗਈ। ਤੇ ਜੇ ਬੱਚੇ ਨੇ ਕਿਹਾ ਵੀ ਮੈਂ ਤੇ ਰੋਟੀ ਨਹੀਂ ਖਾਂਦਾ, ਫਿਰ ਹੋਰ ਨਿਕਲ ਗਈ। ਸਾਡਾ ਯੁੱਗ ਬੜਾ ਵਧੀਆ ਸੀ। ਵੇ ਮਰਨਿਆ ਰੋਟੀ ਖਾ ਲਾ, ਮਾਂ ਪਹਿਲਾਂ ਹੀ ਕਹਿੰਦੀ ਸੀ, ਵੇ ਮਰਨਿਆ, ਵੇ ਮੌਤ ਪੈਣੀ ਦਿਆ। ਪਤਾ ਸੀ ਵੀ 7-8 ਕੁੱਕੜਾਂ ਨੂੰ ਤੁਰੇ ਫਿਰਦੇ, ਕੋਈ ਨਹੀਂ ਮਰਦਾ। ਆਪਾਂ ਕਿੱਥੇ ਰੱਬ ਨੂੰ ਮੰਨਦੇ ਆ? ਸਾਡੇ ਬਜ਼ੁਰਗ ਮੰਨਦੇ ਸੀ, ਉਹ ਕਹਿੰਦੇ ਸੀ ਜਿੰਨੇ ਦਿੱਤੇ ਨੇ ਨਿਆਣੇ ਆਪੇ ਦਊ ਖਾਣ ਨੂੰ ਦਾਣੇ। ਅਸੀਂ ਰੱਬ ਨੂੰ ਮੰਨਦੇ, ਤੁਸੀਂ ਰੱਬ ਨੂੰ ਵਰਤਦੇ ਹੋ, ਮੰਨਦੇ ਮੁੰਨਦੇ ਕੋਈ ਨਹੀਂ। ਤੁਹਾਨੂੰ ਤੇ ਇੰਨਾ ਹੀ ਨਹੀਂ ਭਰੋਸਾ ਵੀ ਦੂਜਾ ਬੱਚਾ ਪਲ ਜਾਏਗਾ ਤੁਹਾਡੇ ਕੋਲੋਂ। ਬੱਚੇ ਤੁਸੀਂ ਨਹੀਂ ਪਾਲਣੇ। ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ, ਤੁਸੀਂ ਬੱਚਾ ਪਾਲ ਸਕਦੇ ਹੋ? ਜਦੋਂ ਮਾਂ ਸੌਂ ਜਾਂਦੀ ਹੈ, ਮਾਂ ਨੂੰ ਕੀ ਪਤਾ ਬੱਚਾ ਕਿੱਥੇ ਹੈ? ਅੱਜ ਆਪਣੇ ਘਰ ਕੈਮਰਾ ਲਾ ਕੇ ਸੌਇਓ ਆਪਣੇ ਕਮਰੇ 'ਚ, ਔਰ ਤੁਸੀਂ ਵੇਖਿਓ ਜਦੋਂ ਰਾਤ ਨੂੰ ਬੱਚੇ ਨੂੰ ਜਾਗ ਆਏਗੀ, ਕਿਆ ਰੱਬ ਨੇ ਮਤਲਬ ਚੁੰਬਕ ਪੈਦਾ ਕੀਤੀ ਹੈ। ਬੱਚਾ ਪਲੰਗ ਦੇ ਬਾਹਰਲੇ ਵਾਲੇ ਪਾਸੇ ਨੂੰ ਨਹੀਂ ਜਾਏਗਾ, ਉਹ ਪਾਸਾ ਮਾਂ ਵਾਲੇ ਪਾਸੇ ਵਟੇਗਾ ਤੇ ਮਾਂ ਨੂੰ ਜਾਗ ਆ ਜਾਏਗੀ। ਨਹੀਂ ਤੇ ਲੋਕਾਂ ਦੇ ਬੱਚੇ ਤੇ ਰੋਜ਼ ਹੀ ਪਲੰਗ ਤੋਂ ਡੇ ਕੇ ਧੌਣ ਤੜਾ ਲਿਆ ਕਰਨ। ਕੋ ਮੰਜੀ ਦੇ ਆਲੇ ਦੁਆਲੇ ਡੰਡੇ ਬੰਨ੍ਹ ਕੇ ਥੋੜਾ ਸੌਂਦੇ ਹੋ ਤੁਸੀਂ? ਇਦੋਂ ਵੱਡੀ ਰੱਬ ਦੀ ਕਿਰਪਾ ਹੋਰ ਕੀ ਹੋ ਸਕਦੀ ਹੈ? ਤੁਸੀਂ ਸੌਂ ਗਏ, ਬੇਹੋਸ਼ ਹੋ ਕੇ ਸੌਂ ਗਏ, ਤੁਹਾਨੂੰ ਖੁਦ ਹੀ ਨਹੀਂ ਪਤਾ ਤੁਸੀਂ ਕਿੱਥੇ ਹੋ। ਤੁਹਾਡੇ ਨਾਲ ਬੱਚਾ ਪਿਆ ਹੈ, ਤੇ ਬੱਚਾ ਮੰਜੀ ਤੋਂ ਡੇ ਕੇ ਰੋਜ਼ ਕਿਉਂ ਨਹੀਂ ਲੱਤ ਬਾਂਹ ਤੜਾਉਂਦਾ ਜੀ? ਨਹੀਂ, ਬੱਚੇ ਰੱਬ ਕੀ ਕਰਦਾ ਹੈ, ਬੱਚੇ ਦੇ ਅੰਦਰ ਐਸੀ ਸੁਰਤੀ ਪਾਉਂਦਾ ਹੈ ਕਿ ਜਦੋਂ ਬੱਚੇ ਨੂੰ ਜਾਗ ਆਏਗੀ ਉਹ ਮਾਂ ਵਾਲੇ ਪਾਸੇ ਮੁੜ ਜਾਏਗਾ, ਤੇ ਮਾਂ ਨੂੰ ਵੀ ਜਾਗ ਆ ਜਾਏਗੀ। ਬੱਚਾ ਕਿੰਨੇ ਚਿਰ ਬਾਅਦ ਬੋਲਦਾ ਹੈ? ਬੋਲਣ ਦੀ ਦਾਤ ਰੱਬ ਬੱਚੇ ਨੂੰ 1.5 ਸਾਲ ਬਾਅਦ ਦਿੰਦਾ ਹੈ।
ਪਰ ਇੱਕ ਅਲਾਰਮ ਬੱਚੇ ਦੇ ਜੰਮਦੇ ਹੀ ਮੂੰਹ 'ਚ ਪਾ ਦਿੰਦਾ, ਉਹ ਕਿਹੜਾ? ਰੋਣ ਵਾਲਾ ਹੈ। ਜਦੋਂ ਰੋਂਦਾ ਉਹਦੀ ਮਾਂ ਨੂੰ ਸਮਝ ਆ ਜਾਂਦੀ ਵੀ ਮੇਰਾ ਪੁੱਤ ਉੱਠ ਗਿਆ ਹੈ। ਹੋਰ ਦੱਸੋ ਰੱਬ ਤੋਂ ਆਪਾਂ ਕੀ ਮੰਗਦੇ ਹਾਂ? ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੀ, ਲੰਗਰ ਬਚਾ ਕੇ ਨਾ ਰੱਖਿਆ ਕਰੋ। ਅੱਜ ਹਰ ਗੁਰਦੁਆਰੇ ਦੇ ਵਿੱਚ ਇਹ ਪਾਪ ਹੁੰਦਾ ਹੈ। ਸਵੇਰੇ ਉੱਠ ਕੇ ਮਿੱਠੇ ਪ੍ਰਸ਼ਾਦੇ, ਮਿੱਠੇ ਪ੍ਰਸ਼ਾਦੇ, ਮਿੱਠੇ ਪ੍ਰਸ਼ਾਦੇ। ਉਹ ਝੂਠ ਕਿਉਂ ਬੋਲਦੇ ਹੋ ਤੁਸੀਂ? ਤੇ ਬਾਅਦ 'ਚ ਪਤਾ ਲੱਗਦਾ ਵੀ ਇਹ ਬਈਆਂ ਰੋਟੀਆਂ ਨੂੰ ਕਹਿੰਦੇ ਨੇ ਮਿੱਠੇ ਪ੍ਰਸ਼ਾਦੇ। ਤੇ ਮੇਰੇ ਵਰਗਾ ਨਵਾਂ ਫੱਦਾ ਫਸ ਜਾਂਦਾ ਹੈ। ਉਹ ਕਹਿੰਦਾ ਬਾਬਾ ਜੀ 2 ਦੇ ਦਿਓ। ਉਹਨੂੰ ਹੁੰਦਾ ਪਤਾ ਨਹੀਂ ਮੁੜ ਕੇ ਬਾਬਾ ਆਵੇ ਕਿ ਨਾ ਆਵੇ। ਤੇ ਬਾਅਦ 'ਚ ਪਤਾ ਲੱਗਦਾ ਵੀ ਇਹ ਤੇ ਰਾਤ ਦੀਆਂ ਆਕੜੀਆਂ ਰੋਟੀਆਂ ਨੇ। ਇੱਥੇ ਕਿਹੜਾ ਆਟਾ ਦੁੱਧ 'ਚ ਗੁੰਨਿਆ ਹੁੰਦਾ ਹੈ? ਨਾ ਝੂਠ ਬੋਲੀਏ ਆਪਾਂ, ਨਾ ਮਰਿਆਦਾ ਨੂੰ ਤੋੜੀਏ ਆਪਾਂ। ਗੁਰੂ ਅਮਰਦਾਸ ਜੀ ਨੇ ਮਰਿਆਦਾ ਬੱਧੀ ਹੈ। ਲੰਗਰ ਚਲਾਇਆ ਕਿੰਨੇ ਹੈ? ਗੁਰੂ ਨਾਨਕ ਸਾਹਿਬ ਨੇ। ਲੰਗਰ ਦੇ ਵਿੱਚ ਕੁਆਲਿਟੀ ਕਿੰਨੇ ਪਾਈ? ਗੁਣਵੰਤਾ ਕੌਣ ਲੈ ਕੇ ਆਇਆ? ਗੁਰੂ ਅੰਗਦ ਸਾਹਿਬ। ਕਿ ਨਹੀਂ ਭਾਈ, ਕੱਲੀ ਦਾਲ ਸਬਜ਼ੀ ਲੰਗਰ ਨਹੀਂ ਹੁੰਦਾ। ਲੰਗਰ ਵਿੱਚ ਘਿਓ ਵਾਲੀ ਖੀਰ ਵੀ ਹੋ ਸਕਦੀ ਹੈ। ਤੇ ਲੰਗਰ ਦੀ ਮਰਿਆਦਾ ਕਿੰਨੇ ਬੱਧੀ? ਗੁਰੂ ਅਮਰਦਾਸ ਨੇ। ਕਿ ਪਹਿਲੇ ਪੰਗਤ ਪਾਛੇ ਸੰਗਤ। ਬਿਨਾ ਪੰਗਤ ਕੀਤੇ ਦਰਸ਼ਨ ਨਹੀਂ ਸੀ ਹੁੰਦੇ ਗੁਰੂ ਅਮਰਦਾਸ ਜੀ ਦੇ ਸਮੇਂ। ਫਿਰ ਰਾਤ ਨੂੰ ਬਚਾਇਆ ਨਹੀਂ ਸੀ ਜਾਂਦਾ। ਵਿਸ਼ੇਸ਼ ਹੁਕਮ ਸੀ, ਭਾਂਡੇ ਮੂਧੇ ਮਾਰ ਕੇ ਸੌਣਾ ਹੈ। ਰਾਤ ਨੂੰ ਭਾਂਡੇ ਮੂਧੇ ਮਾਰ ਕੇ ਸੌਣ ਦਾ ਅਰਥ ਹੀ ਇਹ ਹੈ ਕਿ ਜੇ ਰੱਬ ਉਠਾਏਗਾ ਤੇ ਪ੍ਰਸ਼ਾਦਾ ਵੀ ਦੇਗਾ। ਵਿਸ਼ਵਾਸ ਹੈ, ਭਰੋਸਾ ਹੈ। ਕੀੜੀਆਂ ਨੂੰ ਭਰੋਸਾ ਹੈ, ਚਿੜੀਆਂ ਨੂੰ ਭਰੋਸਾ ਹੈ, ਕਾਵਾਂ ਨੂੰ ਭਰੋਸਾ ਹੈ ਵੀ ਸਵੇਰੇ ਉਠਾਂਗੇ ਚੋਗਾ ਮਿਲ ਜਾਏਗਾ। ਸਾਨੂੰ ਨਹੀਂ ਭਰੋਸਾ ਵੀ ਕੱਲ ਕੀ ਹੋਏਗਾ। ਅੱਜ ਜਿੰਨੀ ਸਟੋਰੇਜ ਜਿਹੜੀ ਕਾਲਾ ਬਾਜ਼ਾਰੀ ਜਿਹਨੂੰ ਆਪਾਂ ਕਹਿੰਦੇ ਆ, ਇਹ ਕੀ ਹੈ? ਅੱਜ ਜਿਨ੍ਹਾਂ ਬੰਦਿਆਂ ਦੇ ਸਿਰ ਤੇ ਸਰਕਾਰ ਨੇ ਹੱਥ ਰੱਖਿਆ, ਉਹ ਕੀ ਹੈ? ਤੁਹਾਡੇ ਤੋਂ ਸਸਤੀ ਕਣਕ ਲੈ ਲੈਣੀ ਉਹਨਾਂ ਨੇ, ਸਸਤੇ ਚੌਲ ਲੈ ਲੈਣੇ ਨੇ ਉਹਨਾਂ ਨੇ। ਆਪ ਵੱਡੇ ਵੱਡੇ ਸਟੋਰ ਬਣਾ ਦਿੱਤੇ ਉਹਨਾਂ ਨੇ, 100-100 ਏਕੜ 'ਚ ਸਭ ਕੁਝ ਇਕੱਠਾ ਕਰ ਲੈਣਗੇ। ਤੇ ਮੁੜ ਕੇ ਤੁਹਾਨੂੰ ਤੁਸੀਂ ਰੂ ਕਰੋਗੇ ਤੇ ਉਹ ਤੁਹਾਨੂੰ 100-100 ਗ੍ਰਾਮ ਲਿਫਾਫੇ 'ਚ ਪਾ ਕੇ ਦੇਣਗੇ। ਜਦੋਂ ਤੁਸੀਂ ਦੁੱਧ ਵੇਚਦੇ ਹੋ ਤੇ ਦੁੱਧ 25-30-40 ਰੁਪਏ ਕਿਲੋ ਹੈ। ਤੇ ਜਦੋਂ ਕੇਸਰ ਵਾਲਾ ਵਾਪਸ ਲੈ ਕੇ ਆਉਂਦੇ ਹੋ ਤੇ ਫਿਰ ਪਤਾ ਲੱਗਦਾ ਵੀ 150 ਰੁਪਏ ਦਾ 60 ਗ੍ਰਾਮ। ਤੇ 60 ਗ੍ਰਾਮ ਦੇ ਵਿੱਚ ਵੀ ਬਦਾਮ ਪਾਏ ਹੋਏ ਨੇ, ਖੰਡ ਪਾਈ ਹੋਈ ਹੈ। ਹੁਣ ਪੁੱਛੋ ਵੀ 160 ਰੁਪਈਆਂ ਦੇ ਜਾਂ 150 ਰੁਪਈਆਂ ਦੇ 60 ਗ੍ਰਾਮ ਬਦਾਮ ਆਉਂਦੇ ਨੇ? ਕਿਹੜਾ ਦੁਨੀਆ ਦਾ ਰੇਟ ਹੈ ਬਦਾਮਾਂ ਦਾ? ਜਿਹੜੀ ਚੀਜ਼ ਤੁਹਾਡੇ ਤੋਂ ਕਿਲੋਆਂ ਵਿੱਚ ਲਈ ਜਾਂਦੀ, ਮੁੜ ਕੇ ਗ੍ਰਾਮਾਂ 'ਚ ਮੋੜੀ ਜਾਂਦੀ ਹੈ ਤੁਹਾਨੂੰ। ਗੋਭੀ ਤੁਸੀਂ ਵੇਚੀ ਤੇ 10 ਰੁਪਈਆਂ ਦੇ ਅਗਲੇ ਟੋਕਰੀ ਲੈ ਕੇ ਜਦੋਂ ਤੁਹਾਨੂੰ ਮਿਲੀ ਤਾਂ ਉਦੋਂ ਇੱਕ ਲਿਫਾਫਾ ਹੀ, ਇੱਕ ਫੁੱਲ ਜਿਹੜਾ ਹੈ ਉਹ ਪੈਕ ਪੂਕ ਹੋ ਕੇ 75 ਰੁਪਈਆਂ ਦਾ ਵਾਪਸ ਆਉਣਾ ਹੈ। ਇਹ ਸਟੋਰੇਜ ਹੈ। ਇਸੇ ਨੂੰ ਕਾਲਾ ਬਾਜ਼ਾਰੀ ਕਹਿੰਦੇ ਨੇ। ਤੇ ਜੇ ਇਹ ਗੱਲ ਇਨਸਾਨ ਨੇ ਸਿੱਖੀ ਹੋਵੇ, ਠੀਕ ਹੈ, ਵਪਾਰ ਮਾਰਜਨ ਤੇ ਹੁੰਦਾ ਹੈ। ਗੁਰਦੁਆਰਾ ਥੋੜਾ ਖੋਲਿਆ ਵੀ ਜਿੰਨੇ ਦਾ ਲਓਗੇ ਉਹਨੇ ਦਾ ਵੇਚੋਗੇ, ਮਾਰਜਨ ਹੋਣਾ ਚਾਹੀਦਾ ਹੈ। ਪਰ ਕੀ ਮਾਰਜਨ 5000 ਗੁਣਾ ਹੋਣਾ ਚਾਹੀਦਾ? 10,000 ਗੁਣਾ ਹੋਣਾ ਚਾਹੀਦਾ? ਡਬਲ ਕਰ ਲਓ ਬਈ। 10 ਦੀ ਚੀਜ਼ 20 'ਚ ਵੇਚਦੇ ਹੋ, ਉਹ 10 ਦੀ ਚੀਜ਼ 50 'ਚ ਵੇਚਦੇ ਨੇ। ਕੀ ਕਰੋਗੇ ਤੁਸੀਂ? ਹਾਂਜੀ। ਭੋਜਨ ਹੋਇ ਹਜ਼ਾਰਨ ਕੇਰਾ, ਦੇਹ ਸਬਨ ਪਰ ਆਪ ਨਾ ਹੀਰਾ। ਹਜ਼ਾਰਾਂ ਪ੍ਰਾਣੀ ਆ ਕੇ ਪ੍ਰਸ਼ਾਦਾ ਛਕਦੇ ਨੇ। ਦੇ ਸਬਨ ਪਰ ਆਪ ਨਾ ਹੀਰਾ। ਇਸ ਗੱਲ ਦਾ ਕੋਈ ਧਿਆਨ ਨਹੀਂ ਲੰਗਰ ਵਿੱਚ ਆਪਣਾ ਕੌਣ ਹੈ ਤੇ ਬੇਗਾਨਾ ਕੌਣ ਹੈ। ਜੇ ਲੰਗਰ ਵਿੱਚ ਵਿਤਕਰਾ ਕਰੋਗੇ ਤੇ ਤੁਹਾਨੂੰ ਪਾਪ ਲੱਗੇਗਾ। ਲੰਗਰ ਗੁਰੂ ਦਾ ਹੈ ਤੇ ਗੁਰੂ ਦਾ ਲੰਗਰ ਸਾਰਿਆਂ ਦਾ ਸਾਂਝਾ ਹੈ, ਸਾਰਿਆਂ ਦਾ ਹੈ।
ਉੱਥੇ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਕਿਸੇ ਨਾਲ ਬੇਗਾਨਗੀ ਕਰੇ, ਪਰਾਇਆਪਣ ਕਰੇ। ਹਾਂਜੀ। ਪ੍ਰਥਮ ਸਤ ਗੁਰੂ ਪੰਗਤ ਲਾਏ, ਲਵਣ ਬਹੀਨ ਓਗਰਾ ਖਾਏ। ਪਹਿਲੀ ਪੰਗਤ ਵਿੱਚ ਗੁਰੂ ਅਮਰਦਾਸ ਆਪ ਬਹਿੰਦੇ ਨੇ, ਮਤ ਕਿ ਗੁਰੂ ਸਾਹਿਬ ਦੇ ਕਮਰੇ 'ਚ ਖਾਣ ਤੇ ਲੋਕਾਂ ਨੂੰ ਕਹਿਣ ਜਾ ਕੇ ਪੰਗਤ ਵਿੱਚ ਛਕੋ। ਆਪ ਪੰਗਤ ਵਿੱਚ ਬਹਿੰਦੇ ਨੇ ਤੇ ਆਪ ਕੀ ਖਾਂਦੇ ਨੇ? ਓਗਰਾ, ਲੂਣਾ ਸਾਗ ਖਾਂਦੇ ਸਨ ਮਹਾਰਾਜ, ਨਮਕ ਨਹੀਂ ਸੀ ਪਾਉਂਦੇ। ਹਾਂਜੀ। ਸੰਗਤ ਕੋ ਆਹਾਰ ਸਭ ਭਾਂਤ, ਸਵਾਦ ਸਰਸ ਹੋਏ ਪਹਿਤ ਰੂਪਾਂਤ। ਆਪ ਓਗਰਾ ਖਾਂਦੇ ਸਨ, ਪਰ ਸੰਗਤ ਨੂੰ ਹਰ ਪ੍ਰਕਾਰ ਦਾ ਭੋਜਨ ਮਿਲਦਾ ਸੀ। ਦਾਲ ਵੀ, ਸਬਜ਼ੀ ਵੀ, ਖੀਰ ਵੀ, ਪਤਾ ਨਹੀਂ ਕਿੰਨੇ ਪਦਾਰਥ ਬਣਦੇ ਸਨ। ਸੰਗਤ ਵਾਸਤੇ ਕੋਈ ਮਨਾਹੀ ਨਹੀਂ ਹੈ। ਆਪ ਸੱਚੇ ਪਾਤਸ਼ਾਹ ਜੀ ਬਿਲਕੁਲ ਸਾਦਾ ਪ੍ਰਸ਼ਾਦਾ ਛਕਦੇ ਸਨ। ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।